ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਮਾਰਟ ਮਿਊਜ਼ਿਕ ਕਲਾਸਿਸ 'ਤੇ। ਅੱਜ ਫਿਰ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ। ਅੱਜ ਆਪਾਂ PSTET 2 ਸਮਾਜਿਕ ਸਿੱਖਿਆ ਦੇ ਪੋਲੀਟੀਕਲ ਦੇ NCERT ਬੇਸਡ ਮੋਸਟ ਇੰਪੋਰਟੈਂਟ MCQs ਕਰਾਂਗੇ, ਜੋ ਕਿ ਹੁਣੀ ਹਾਲ ਹੀ ਦੇ ਵਿੱਚ ਪੇਪਰ ਹੋਇਆ ਸੀਗਾ। ਉਸ ਦੇ ਵਿੱਚ ਵੀ NCERT ਦੇ ਵਿੱਚੋਂ ਹੀ ਸਾਰੇ ਪ੍ਰਸ਼ਨ ਪੁੱਛੇ ਗਏ ਸਨ। ਸੋ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ, ਅਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤਾਂ ਕਿ ਆਪਣੀਆਂ ਹੋਰ ਵੀ ਜਿੰਨੀਆਂ ਆਉਣ ਵਾਲੀਆਂ ਵੀਡੀਓਜ਼ ਹਨ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਚਲੋ ਜੀ, ਅੱਜ ਦੇ ਇਸ ਸੈਸ਼ਨ ਨੂੰ ਸਟਾਰਟ ਕਰਦੇ ਹਾਂ। ਕੀ ਹੈ ਕਹਿੰਦਾ ਸਰਕਾਰ। ਪਹਿਲਾਂ ਕੀ ਪੁੱਛਿਆ ਹੈਗਾ, ਸਰਕਾਰ ਬਾਰੇ ਪੁੱਛਿਆ ਜਾਂਦਾ ਹੈਗਾ ਗੌਰਮੈਂਟ ਕੀ ਹੈ। ਸੋ ਸਰਕਾਰ ਕੀ ਹੈਗਾ, ਸਰਕਾਰ ਕਹਿੰਦਾ ਕੁਝ ਲੋਕਾਂ ਦਾ ਸਮੂਹ ਹੈਗਾ ਜੋ ਦੇਸ਼ ਨੂੰ ਚਲਾਉਂਦੇ ਹਨ ਅਤੇ ਸੰਬੰਧਿਤ ਕਾਨੂੰਨ ਬਣਾਉਂਦੇ ਹਨ। ਸੋ ਸਰਕਾਰ ਕੀ ਹੈਗਾ, ਗੌਰਮੈਂਟ ਕੀ ਹੈਗੀ, ਜੋ ਪੂਰੇ ਦੇਸ਼ ਨੂੰ ਚਲਾਉਂਦੇ ਹੈਗੇ ਅਤੇ ਉਹਨਾਂ ਆਪਣੇ ਦੇਸ਼ ਨਾਲ ਸੰਬੰਧਿਤ ਦੇਸ਼ ਦੇ ਹਿੱਤ ਲਈ ਕਾਨੂੰਨ ਬਣਾਉਂਦੇ ਹਨ। ਜਿਵੇਂ ਕਿ ਦੇਸ਼ ਦੇ ਹਿੱਤ ਵਿੱਚ ਕਾਨੂੰਨ ਬਣਾਉਣੇ, ਸਕੂਲ ਬਣਾਉਣੇ, ਸਿਹਤ ਸਹੂਲਤਾਂ ਦੇਣੀਆਂ, ਸੜਕਾਂ ਬਣਾਉਣੀਆਂ ਅਤੇ ਹੋਰ ਬਹੁਤ ਸਾਰੇ ਜਿਹੜੇ ਵਿਸ਼ਿਆਂ ਉੱਪਰ ਕੰਮ ਕਰਨਾ। ਸੋ ਇਹ ਕੀ ਹੁੰਦਾ ਗਾ, ਸਰਕਾਰ ਦਾ ਕੰਮ ਹੁੰਦਾ ਗਾ। ਸਰਕਾਰ ਨੇ ਕੀ ਕਰਨਾ ਗਾ, ਦੇਸ਼ ਦੀ ਰੱਖਿਆ ਕਰਨੀ, ਦੇਸ਼ ਦੇ ਲੋਕਾਂ ਦੇ ਪ੍ਰਤੀ ਉਹਨਾਂ ਦੇ ਹਿੱਤ ਵਿੱਚ ਕਾਨੂੰਨ ਬਣਾਉਣੇ। ਜਿਵੇਂ ਕਿ ਤੁਸੀਂ ਦੇਖੇਂਗੇ ਸਕੂਲ ਬਣਾਉਣੇ, ਨਵੇਂ ਸਕੂਲ ਬਣਾਉਂਦੇ ਆ, ਸੜਕਾਂ ਬਣਾਉਂਦਾ ਕਿਹਦਾ ਕੰਮ ਹੈਗਾ, ਸਰਕਾਰ ਦਾ ਕੰਮ ਹੈਗਾ। ਸਿਹਤ ਸਹੂਲਤਾਂ ਦੇਣਾ ਕਿਹਦਾ ਕੰਮ ਹੈਗਾ, ਇਹ ਸਾਰਾ ਕੁਝ ਸਰਕਾਰ ਦਾ ਕੰਮ ਹੈਗਾ। ਸੋ ਉਹ ਕੀ ਹੁੰਦੀ ਹੈਗੀ, ਇੱਕ ਗੌਰਮੈਂਟ ਹੁੰਦੀ ਹੈਗੀ। ਸੋ ਸਰਕਾਰ ਦੇ ਅੰਗ, ਹੁਣ ਸਰਕਾਰ ਦੇ ਅੰਗ ਕਿਹੜੇ ਕਿਹੜੇ ਹੁੰਦੇ ਹੈਗੇ। ਸਰਕਾਰ ਦੇ ਮੁੱਖ ਤੌਰ 'ਤੇ 3 ਅੰਗ ਹੁੰਦੇ ਆ। ਪੇਪਰ ਦੇ ਵਿੱਚ ਪੁੱਛਿਆ ਜਾਂਦਾ ਸਰਕਾਰ ਦੇ ਕਿੰਨੇ ਅੰਗ ਹੁੰਦੇ ਹੈਗੇ। ਸਰਕਾਰ ਦੇ ਕਿੰਨੇ ਅੰਗ ਹੁੰਦੇ ਹੈਗੇ, 3 ਅੰਗ ਹੁੰਦੇ। ਕਿਹੜੇ ਕਿਹੜੇ ਹੁੰਦੇ ਹੈਗੇ, ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ। ਸੋ ਸਰਕਾਰ ਦੀਆਂ ਇਹਨਾਂ 3 ਸ਼ਾਖਾ ਦੇ ਵਿੱਚੋਂ ਕੀ ਹੈਗਾ, ਵਿਧਾਨ ਪਾਲਿਕਾ। ਵਿਧਾਨ ਪਾਲਿਕਾ ਦਾ ਕੀ ਕੰਮ ਹੈਗਾ, ਇਹ ਕਾਨੂੰਨ ਨੂੰ ਬਣਾਉਣ ਵਾਲੀ ਹੁੰਦੀ ਹੈਗੀ। ਵਿਧਾਨ ਪਾਲਿਕਾ ਦਾ ਕੀ ਕੰਮ ਹੁੰਦਾ ਹੈਗਾ, ਕਾਨੂੰਨ ਨੂੰ ਬਣਾਉਣਾ। ਮੀਨਜ਼ ਕੀ ਹੁੰਦਾ, ਇਹਦੇ ਵਿੱਚ ਕੀ ਹੁੰਦਾ ਹੈਗਾ, ਸਾਰੇ ਮੰਤਰੀ ਮੰਡਲ ਵਗੈਰਾ ਆ ਜਾਂਦਾ ਹੈਗਾ। ਅਤੇ ਦੂਜੀ ਕਾਨੂੰਨ ਲਾਗੂ ਕਰਨ ਵਾਲੀ, ਲਾਗੂ ਕਾਰਜਪਾਲਿਕਾ ਦੇ ਵਿੱਚ ਕੀ ਆ ਜਾਂਦਾ ਹੈਗਾ, ਲੋਕ ਸਭਾ ਅਤੇ ਰਾਜ ਸਭਾ। ਅਤੇ ਹੋਰ ਕਿਹੜਾ ਆ ਜਾਂਦਾ ਹੈਗਾ, ਇੱਕ ਆਪਣਾ ਰਾਸ਼ਟਰਪਤੀ ਆ ਜਾਂਦਾ ਹੈਗਾ। ਇਹਦੇ ਵਿੱਚ ਕੀ ਕੀ ਹੈ, ਇਹ ਕਾਨੂੰਨ ਨੂੰ ਕੀ ਹੈਗਾ, ਲਾਗੂ ਕਰਦੇ ਹੈਗੇ। ਅਤੇ ਤੀਜੀ ਕੀ ਹੈ, ਇਨਸਾਫ ਕਰਨ ਵਾਲੀ, ਜਿਹਨੂੰ ਕਿ ਆਪਾਂ ਬੋਲ ਦਿਆਂਗੇ ਨਿਆਂਪਾਲਿਕਾ। ਅਤੇ ਨਿਆਂਪਾਲਿਕਾ ਕੀ ਹੈਗਾ, ਇਹ ਸਾਡੇ ਨਾਲ ਕੀ ਹੈਗਾ, ਇਨਸਾਫ ਕਰਦੀ ਹੈ ਅਤੇ ਇੱਕ ਦੂਸਰੇ ਤੋਂ ਆਜ਼ਾਦ ਰੱਖਿਆ ਜਾਂਦਾ ਕਿ ਲੋਕਾਂ ਨੂੰ ਕਚਹਿਰੀਆਂ ਵਿੱਚ ਇਨਸਾਫ ਮਿਲੇ। ਮੀਨਜ਼ ਇਹ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਤੋਂ ਇਹਨੂੰ ਕੀ ਹੈਗਾ, ਵੱਖ ਰੱਖਿਆ ਜਾਂਦਾ ਕਿ ਤਾਂ ਕਿ ਲੋਕਾਂ ਨਾਲ ਸਹੀ ਇਨਸਾਫ ਹੋ ਸਕੇ। ਸੋ ਇਹ ਕੀ ਹੈਗਾ, ਸਰਕਾਰ ਦੇ ਕਿੰਨੇ ਅੰਗ ਹੁੰਦੇ ਹੈਗੇ, ਮੁੱਖ ਤੌਰ 'ਤੇ 3 ਅੰਗ ਹੁੰਦੇ। ਕਿਹੜੇ ਕਿਹੜੇ, ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ। ਵਿਧਾਨ ਪਾਲਿਕਾ ਕੌਣ ਹੁੰਦੀ ਹੈਗੀ, ਜਿਹੜੇ ਕਾਨੂੰਨ ਬਣਾਉਂਦੀ ਹੈਗੀ। ਕਾਰਜਪਾਲਿਕਾ ਕਿਹੜੀ ਹੁੰਦੀ ਹੈ, ਜਿਹੜੇ ਕਾਨੂੰਨ ਨੂੰ ਲਾਗੂ ਕਰਦੀ ਹੈਗੀ। ਤੋਂ ਨਿਆਂਪਾਲਿਕਾ ਕੀ ਹੈ, ਜੋ ਲੋਕਾਂ ਨਾਲ ਨਿਆਂ ਕਰਦੀ ਹੈਗੀ। ਸੋ ਸਰਕਾਰ ਦੇ ਹੁਣ ਪੱਧਰ, ਸਰਕਾਰ ਦੇ ਪੱਧਰ ਕਿਹਨੂੰ ਹੁੰਦੇ, ਜਿਹਨੂੰ ਆਪਾਂ ਜਾਂ ਬੋਲਦੇ ਨੇ ਕਿ ਸਰਕਾਰ ਦੇ ਕਿੰਨੇ ਸਤਰ ਹੁੰਦੇ ਹਨ। ਸੋ ਕਿਹੜੇ ਕਿਹੜੇ ਹੁੰਦੇ ਹੈਗੇ ਸਤਰ, ਕੇਂਦਰ ਸਰਕਾਰ, ਮੀਨਜ਼ ਸੈਂਟਰ ਗੌਰਮੈਂਟ ਦੇ ਵਿੱਚ ਜੋ ਸਰਕਾਰ ਹੁੰਦੀ ਹੈਗੀ। ਜਿਵੇਂ ਕਿ ਆਪਣੇ ਕਰੰਟ ਦੇ ਵਿੱਚ ਕਿਹਦੀ ਸੈਂਟਰ ਗੌਰਮੈਂਟ ਦੇ ਵਿੱਚ ਸਰਕਾਰ ਹੈਗੀ, ਕਿਹਦੀ ਹੈਗੀ, BJP ਦੀ। ਨਰਿੰਦਰ ਮੋਦੀ ਕੀ ਹੈਗੇ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਸੋ ਰਾਜ ਸਰਕਾਰ, ਰਾਜ ਸਰਕਾਰ ਕੀ, ਹਰ ਇੱਕ ਸਟੇਟ ਦੀ ਕੀ ਹੈ, ਆਪਣੀ ਆਪਣੀ ਸਰਕਾਰ ਹੈਗੀ। ਸੋ ਉਹਦੇ ਵਿੱਚ ਕੀ ਹੈਗਾ, ਜਿਵੇਂ ਕਿ ਕਰੰਟ ਦੇ ਵਿੱਚ ਪੰਜਾਬ ਦੇ ਵਿੱਚ ਕਿਹਦੀ ਹੈਗੀ, ਆਮ ਪਾਰਟੀ ਦੀ ਸਰਕਾਰ ਹੈਗੀ। ਜਿਸ ਦੇ CM ਕੌਣ ਹੈਗੇ, ਭਗਵੰਤ ਮਾਨ ਹਨ। ਸੋ UTs ਦੇ ਵਿੱਚ ਵੀ ਕੀ ਹੈਗਾ, ਸਰਕਾਰਾਂ ਹੁੰਦੀਆਂ ਨੇ। ਕਿ ਜਿਵੇਂ ਕਿ ਦਿੱਲੀ ਦੇ ਵਿੱਚ ਕੀ ਹੈਗਾ, ਦਿੱਲੀ ਵੀ ਕੀ ਹੈ ਕਿ UT ਹੈਗੀ, ਯੂਨੀਅਨ ਟੈਰੀਟਰੀ ਹੈਗੀ। ਉੱਥੇ ਵੀ ਕੀ ਹੈਗਾ, ਆਮ ਆਦਮੀ ਦੀ ਸਰਕਾਰ ਹੈਗੀ, ਜੋ ਕਿ ਸਾਡੇ ਦੇਸ਼ ਦੀ ਰਾਜਧਾਨੀ ਹੈਗੀ। ਸੋ ਲੋਕਲ ਗੌਰਮੈਂਟ, ਜਿਹਨੂੰ ਆਪਾਂ ਬੋਲਦੇ ਹੈਗੇ ਸਥਾਨਕ ਸਰਕਾਰਾਂ। ਜਿਵੇਂ ਕਿ ਪਿੰਡਾਂ ਦੇ ਵਿੱਚ ਪੰਚਾਇਤਾਂ ਹੋ ਗਈਆਂ, ਸ਼ਹਿਰਾਂ ਦੇ ਵਿੱਚ ਨਗਰ ਕੌਂਸਲ, ਨਗਰ ਪ੍ਰੀਸ਼ਦ, ਨਗਰ ਪੰਚਾਇਤਾਂ, ਨਗਰ ਨਿਗਮ ਹੋ ਗਏ। ਸੋ ਉਹ ਕੀ ਹੋ ਗਿਆ, ਸਥਾਨਕ ਸਰਕਾਰਾਂ ਹੋ ਗਈਆਂ। ਸੋ ਸਰਕਾਰ ਦੇ ਕਿੰਨੇ ਪੱਧਰ ਹੁੰਦੇ ਹੈਗੇ, 3 ਪੱਧਰ ਹੁੰਦੇ। ਕਿਹੜੇ ਕਿਹੜੇ, ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਸਥਾਨਕ ਸਰਕਾਰ। ਸੋ ਲੋਕਤੰਤਰੀ ਸਰਕਾਰ, ਹੁਣ ਲੋਕਤੰਤਰੀ ਸਰਕਾਰ ਕਿਹੜੀ ਹੁੰਦੀ ਹੈਗੀ, ਆਪਣੇ ਜਿਵੇਂ ਕਿ ਸਾਡਾ ਦੇਸ਼ ਭਾਰਤ ਕੀ ਹੈਗਾ, ਇੱਕ ਲੋਕਤੰਤਰਿਕ ਦੇਸ਼ ਹੈਗਾ। ਇੱਕ ਹੁੰਦਾ ਹੈਗਾ ਰਾਜਵੰਸ਼ੀ ਦੇਸ਼ ਹੈ, ਜਿੱਥੇ ਕਿ ਰਾਜੇ ਦਾ ਰਾਜ ਹੁੰਦਾ ਹੈਗਾ। ਸੋ ਇੱਕ ਹੁੰਦਾ ਹੈਗਾ ਲੋਕਤੰਤਰੀ ਸਰਕਾਰ। ਸੋ ਸਾਡਾ ਦੇਸ਼ ਕੀ ਇੱਕ ਲੋਕਤੰਤਰਿਕ
ਦੇਸ਼ ਹੈਗਾ। ਸੋ ਲੋਕਤਾਂਤਰਿਕ ਦੇਸ਼ ਹੁੰਦਾ ਕੀ ਹੈਗਾ, ਲੋਕਤੰਤਰੀ ਸਰਕਾਰ ਜੋ ਲੋਕਾਂ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਪ੍ਰਦਾਨ ਦੇਵੇ। ਸੋ ਲੋਕਤੰਤਰੀ ਸਰਕਾਰ ਉਹ ਹੁੰਦੀ ਹੈ ਜੋ ਲੋਕ ਸਰਕਾਰ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਪ੍ਰਦਾਨ ਕਰਦੇ ਹੈਗੇ, ਜਿਹਦੇ ਜੀ ਕਿ ਵੋਟਾਂ ਦੇ ਆਧਾਰ 'ਤੇ ਲੋਕ ਜਿਹੜੇ ਕਿ 18 ਸਾਲ ਤੋਂ ਪਲੱਸ ਹਨ ਵੋਟ ਪਾਉਂਦੇ ਹਨ। ਉਹ ਵੋਟ ਪਾ ਕੇ ਆਪਣੇ ਨੁਮਾਇੰਦੇ ਚੁਣਦੇ ਹਨ। ਸੋ ਉਹ ਕੀ ਹੈਗਾ, ਸਰਕਾਰ ਨੁਮਾਇੰਦੇ ਚੁਣ ਕੇ ਅੱਗੇ ਜਾਂਦੇ ਹੈਗੇ। ਸੋ ਜਿਨ੍ਹਾਂ ਦੇ ਨੁਮਾਇੰਦੇ ਜ਼ਿਆਦਾ ਹੁੰਦੇ ਹਨ ਉਹ ਕੀ ਹੈਗਾ, ਆਪਣੀ ਸਰਕਾਰ ਬਣਾਉਂਦੇ ਹੈਗੀ। ਇਸ ਵਿੱਚ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ ਅਤੇ ਸਰਕਾਰ ਬਣਾਉਂਦੇ ਹਨ। ਸੋ ਇਹਨੂੰ ਕੀ ਬੋਲਦੇ ਹੈਗੇ, ਆਪਣੀ ਲੋਕਤੰਤਰੀ ਸਰਕਾਰ ਬੋਲਦੇ ਹੈਗੇ। ਰਾਜਵੰਸ਼ੀ ਸਰਕਾਰ, ਰਾਜਵੰਸ਼ੀ ਸਰਕਾਰ ਵਿੱਚ ਫੈਸਲੇ ਅਤੇ ਕਾਨੂੰਨ ਬਣਾਉਣ ਦੀ ਸ਼ਕਤੀ ਸਿਰਫ ਕਿਹਦੇ ਕੋਲੇ ਹੁੰਦੀ ਹੈ, ਸਿਰਫ ਤੋਂ ਸਿਰਫ ਕਿਹਦੇ ਕੋਲੇ ਹੁੰਦੀ ਹੈਗੀ, ਰਾਜੇ ਕੋਲੇ ਹੁੰਦੀ ਹੈਗੀ। ਇਹਦੇ ਵਿੱਚ ਕੀ ਹੁੰਦਾ ਹੈਗਾ, ਹੁਣ ਦੋਨਾਂ ਦੇ ਵਿੱਚ ਫ਼ਰਕ ਸਮਝੋ। ਜਿਵੇਂ ਕਿ ਕੀ ਹੈਗਾ, ਹੁਣ ਲੋਕਤੰਤਰੀ ਸਰਕਾਰ ਦੇ ਵਿੱਚ ਇੱਥੋਂ ਆਪਾਂ ਵੋਟਾਂ ਪਾ ਕੇ ਭੇਜਤੇ, ਹਰ ਇੱਕ ਨੁਮਾਇੰਦਾ ਹੈਗਾ ਆਪਣੀ ਕੀ ਹੈਗਾ, ਨੁਮਾਇੰਦਾ ਕਰੂਗਾ। ਜਿਵੇਂ ਕਿ ਆਪਣੇ ਹਲਕੇ ਦਾ MLA ਲਾ ਲਓ, ਆਪਾਂ ਹਲਕੇ ਦੇ MLA ਨੂੰ ਵੋਟਾਂ ਪਾ ਕੇ ਜਿਤਾ ਕੇ ਭੇਜਦੇ ਹਾਂ ਅਤੇ ਉੱਥੇ ਕੀ ਹੈਗਾ, ਵਿਧਾਨ ਪਰਿਸ਼ਦ ਦੇ ਵਿੱਚ ਜਾਂ ਵਿਧਾਨ ਪਾਲਿਕਾ ਦੇ ਵਿੱਚ, ਲੋਕ ਸਭਾ ਰਾਜ ਸਭਾ ਦੇ ਵਿੱਚ, ਉੱਥੇ ਕੀ ਹੈਗਾ, ਉਹ ਆਪਣੀ ਜੋ ਕਿ ਆਪਣੀਆਂ ਹਨ ਮੁਸ਼ਕਲਾਂ ਹਨ ਜਾਂ ਆਪਾਂ ਨੂੰ ਆਉਂਦੀਆਂ ਹਨ, ਉਹ ਆਪਾਂ MLA ਜਾਂ MP ਨੂੰ ਦੱਸਦੇ ਹਾਂ। ਸੋ ਉੱਥੇ ਜਾ ਕੇ ਉਹ ਆਪਣੇ ਇਸ ਹੱਕਾਂ ਦੀ ਗੱਲ ਕਰੂਗਾ। ਰਾਜਵੰਸ਼ੀ ਸਰਕਾਰ ਦੇ ਵਿੱਚ ਕੀ ਹੁੰਦਾ ਹੈਗਾ, ਇਹਦਾ ਆਪਣੀ ਕੋਈ ਗੱਲ ਨਹੀਂ ਸੁਣੀ ਜਾਣੀ, ਸਿਰਫ ਤੋਂ ਸਿਰਫ ਕੀ ਹੈ, ਫੈਸਲਾ ਜੋ ਵੀ ਕਰਤਾ ਉਹ ਰਾਜਾ ਹੀ ਕਰੂਗਾ, ਚਾਹੇ ਉਹ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਹੋਵੇ ਚਾਹੇ ਨਾ ਹੋਵੇ। ਸੋ ਉਹੀ ਕੀ ਹੈ, ਕਾਨੂੰਨ ਵੀ ਉਹੀ ਬਣਾਊਗਾ ਅਤੇ ਫੈਸਲਾ ਵੀ ਸਿਰਫ ਉਹੀ ਹੋ ਕਰੂਗਾ। ਸ਼ਕਤੀ ਕਿਹਦੇ ਕੋਲ ਹੁੰਦੀ, ਸਿਰਫ ਤੋਂ ਸਿਰਫ ਰਾਜੇ ਕੋਲੇ ਹੁੰਦੀ ਹੈਗੀ। ਸੋ ਉਹ ਕੀ ਹੁੰਦੀ ਹੈਗੀ, ਰਾਜਵੰਸ਼ੀ ਸਰਕਾਰ ਹੁੰਦੀ ਹੈਗੀ। ਸੋ ਪ੍ਰਸ਼ਨ ਹੁਣ ਕੀ ਹੈਗਾ, MCQ ਕੀ ਹੈਗਾ, ਕਹਿੰਦਾ ਲੋਕਤਾਂਤਰਿਕ ਸਰਕਾਰ ਕਿਸ ਨੂੰ ਕਹਿੰਦੇ ਹਨ। ਸੋ ਲੋਕਤਾਂਤਰਿਕ ਸਰਕਾਰ ਕਿਹੜੀ ਹੁੰਦੀ ਹੈਗੀ, ਜਿਹੜੀ ਜਨਤਾ ਦੁਆਰਾ ਚੁਣੀ ਗਈ ਸਰਕਾਰ ਹੁੰਦੀ ਹੈਗੀ, ਜੋ ਸਰਕਾਰ ਜਨਤਾ ਦਾ ਪ੍ਰਤੀਨਿਧ ਕਰੇ, ਸਰਕਾਰ ਜਨਤਾ ਦੇ ਪ੍ਰਤੀ ਉੱਤਰਦਾਈ ਹੋਵੇ ਜਾਂ ਉਪਰੋਕਤ ਸਾਰੇ। ਇਹਦੇ ਵਿੱਚ ਕੀ ਬਣੂਗਾ ਆਪਣਾ ਆਨਸਰ, ਆਪਸ਼ਨ D ਇਜ਼ ਦਾ ਰਾਈਟ ਆਨਸਰ। ਲੋਕਤਾਂਤਰਿਕ ਸਰਕਾਰ ਕਿਹੜੀ ਹੁੰਦੀ ਹੈਗੀ, ਜਿਹੜੀ ਜਨਤਾ ਦੁਆਰਾ ਚੁਣੀ ਗਈ ਹੁੰਦੀ ਹੈਗੀ, ਆਪਾਂ ਵੋਟਾਂ ਪਾ ਕੇ ਭੇਜ ਦਿਆਂਗੇ। ਸੋ ਸਰਕਾਰ ਜਨਤਾ ਦਾ ਪ੍ਰਤੀਨਿਧ ਵੀ ਕਰਦੀ ਹੈਗੀ, ਸਰਕਾਰ ਜਨਤਾ ਦੇ ਪ੍ਰਤੀ ਉੱਤਰਦਾਈ ਵੀ ਹੁੰਦੀ ਹੈਗੀ, ਉਪਰੋਕਤ ਸਾਰੇ। ਸੋ ਕੀ ਬਣ ਜਾਊਗਾ, ਆਪਸ਼ਨ D ਇਜ਼ ਦਾ ਰਾਈਟ ਆਨਸਰ। ਨੈਕਸਟ, ਲੋਕਤਾਂਤਰਿਕ ਸਰਕਾਰ ਦਾ ਮੁੱਖ ਕਾਰਜ ਕੀ ਹੁੰਦਾ ਗਾ। ਸੋ ਜਿਹੜੀ ਆਪਣੀ ਲੋਕਤਾਂਤਰਿਕ ਸਰਕਾਰ ਹੈਗੀ, ਉਹਨਾਂ ਦਾ ਮੁੱਖ ਕੰਮ ਕੀ ਹੁੰਦਾ ਗਾ, ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਦਿਵਾਉਣਾ ਹੁੰਦਾ ਗਾ, ਸ਼ਾਸਨ ਤੰਤਰ ਲੋਕਾਂ ਦੇ ਹਿੱਤਾਂ ਵਿੱਚ ਸੁਚਾਰੂ ਰੂਪ ਵਿੱਚ ਚਲਾਉਣਾ ਹੁੰਦਾ ਗਾ, ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ ਹੁੰਦਾ ਜਾਂ ਉਪਰੋਕਤ ਸਾਰੇ। ਜੀ ਬਿਲਕੁਲ, ਆਪਸ਼ਨ D ਇਸ ਦਾ ਆਪਣਾ ਕੀ ਬਣੂਗਾ, ਰਾਈਟ ਆਨਸਰ। ਨਾਗਰਿਕਾਂ ਨੂੰ ਜਿਹੜਾ ਵੋਟ ਦੇਣ ਦਾ ਅਧਿਕਾਰ ਦਿਵਾਉਣਾ ਹੁੰਦਾ ਗਾ, ਜੋ ਨਾਗਰਿਕ 18 ਸਾਲ ਦਾ ਹੋ ਗਿਆ ਜਾਂ ਇਦੋਂ ਜ਼ਿਆਦਾ ਦਾ ਹੋ ਗਿਆ, ਉਹਦੀ ਕੀ ਹੈਗਾ, ਵੋਟ ਬਣਾਉਣਾ ਜਾਂ ਵੋਟ ਦੇਣ ਦਾ ਅਧਿਕਾਰ ਦਿਵਾਉਣਾ ਕਿਹਦਾ ਕੰਮ ਹੁੰਦਾ, ਇਹ ਸਾਰਾ ਅਧਿਕਾਰ ਦਿਵਾਉਣਾ ਹੁੰਦਾ ਸਰਕਾਰ ਦਾ। ਸ਼ਾਸਨ ਤੰਤਰ ਲੋਕਾਂ ਦੇ ਹਿੱਤ ਵਿੱਚ ਸਰਕਾਰੂ ਰੂਪ ਵਿੱਚ, ਜੋ ਕਿ ਸ਼ਾਸਨ ਹੈਗਾ ਆਪਣਾ ਚੱਲਦਾ, ਉਹ ਲੋਕਾਂ ਦੇ ਹਿੱਤ ਵਿੱਚ ਚਲਾਉਣਾ ਗਾ। ਉਹ ਕੀ ਹੈਗਾ, ਕਿਉਂਕਿ ਲੋਕ ਵੋਟਾਂ ਪਾ ਕੇ ਚੁਣ ਕੇ ਭੇਜਦੇ ਹੈਗੇ, ਉਹ ਕੀ ਹੈਗਾ, ਸੋ ਲੋਕਾਂ ਦੇ ਹਿੱਤ ਵਿੱਚ ਹੀ ਚਲਾਉਣਾ ਸਰਕਾਰ ਦਾ ਕੀ ਹੁੰਦਾ, ਕੰਮ ਹੁੰਦਾ ਗਾ। ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ, ਜੋ ਲੋਕਾਂ ਨੂੰ ਸਮੱਸਿਆਵਾਂ ਆਉਂਦੀਆਂ ਹਨ, ਮੰਨ ਕੇ ਚੱਲੋ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਨਹੀਂ ਹੋਈ ਹੁੰਦੀ, ਗਲੀਆਂ ਨਾਲੀਆਂ ਦਾ ਨਹੀਂ ਹੋਇਆ, ਸੋ ਉਹ ਕਿਹਦਾ ਕੰਮ ਹੁੰਦਾ ਗਾ, ਸਰਕਾਰ ਦਾ ਹੀ ਕੰਮ ਹੁੰਦਾ ਗਾ। ਉਹ ਕੀ ਸਮੱਸਿਆਵਾਂ ਹੁੰਦੀਆਂ ਉਹਨਾਂ ਦਾ ਸਮਾਧਾਨ ਕਰਨਾ ਕਿਹਦਾ ਕੰਮ ਹੁੰਦਾ ਗਾ, ਸਰਕਾਰ ਦਾ ਹੀ ਕੰਮ ਹੁੰਦਾ। ਸੋ ਇਹਦੇ ਨਾਲ ਕੀ ਬਣ ਜਾਊਗਾ ਆਪਣਾ ਉੱਤਰ, ਆਪਸ਼ਨ D ਇਜ਼ ਦਾ ਰਾਈਟ ਆਨਸਰ। ਨੈਕਸਟ, ਸਰਕਾਰ ਦੇ ਕਿੰਨੇ ਸਤਰ ਜਾਂ ਪੱਧਰ ਹੁੰਦੇ ਹੈਗੇ, 2 ਹੁੰਦੇ ਆ, 3 ਹੁੰਦੇ ਆ, 4 ਹੁੰਦੇ ਆ ਜਾਂ 5 ਹੁੰਦੇ ਆ। ਆਪਾਂ ਕਿੰਨੇ ਦੇਖੇ ਸੀ ਪਿੱਛੇ, 3। ਸੋ ਆਪਸ਼ਨ B ਇਜ਼ ਦਾ ਰਾਈਟ ਆਨਸਰ। ਕਿਹੜੇ ਕਿਹੜੇ, ਸੈਂਟਰ ਗੌਰਮੈਂਟ, ਸਟੇਟ ਗੌਰਮੈਂਟ ਅਤੇ ਸਥਾਨਕ ਸਰਕਾਰਾਂ। ਸੋ ਇਹ 3 ਕਿਹੜੇ ਕਿਹੜੇ ਹੁੰਦੇ ਹੈਗੇ, ਸਰਕਾਰ ਦੇ 3 ਪੱਧਰ ਜਾਂ ਸਤਰ ਹੁੰਦੇ ਹੈਗੇ। ਨੈਕਸਟ, ਅਮਰੀਕਾ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਕਦੋਂ ਮਿਲਿਆ ਸੀਗਾ। ਸੋ ਅਮਰੀਕਾ ਦੇ ਵਿੱਚ ਕਦੋਂ ਮਿਲਿਆ ਸੀ ਵੋਟ ਪਾਉਣ ਦਾ ਅਧਿਕਾਰ ਔਰਤਾਂ ਨੂੰ, 1920, 21, 28 ਜਾਂ 29। ਸੋ ਅਮਰੀਕਾ ਦੇ ਵਿੱਚ ਜੋ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀਗਾ, ਉਹ ਮਿਲਿਆ ਸੀਗਾ 1920 ਦੇ ਵਿੱਚ। ਸੋ ਆਪਸ਼ਨ A ਇਜ਼ ਦਾ ਰਾਈਟ ਆਨਸਰ। ਨੈਕਸਟ, ਇੰਗਲੈਂਡ ਵਿੱਚ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਕਦੋਂ ਮਿਲਿਆ ਸੀਗਾ, 1928 'ਚ, 29 'ਚ, 21 'ਚ ਜਾਂ 20 'ਚ। ਸੋ ਇੰਗਲੈਂਡ ਦੇ ਵਿੱਚ ਜੋ ਮਹਿਲਾਵਾਂ ਨੂੰ ਵੋਟ ਦੇਣ ਦਾ ਅਧਿਕਾਰ ਮਿਲਿਆ ਸੀ, ਉਹ ਮਿਲਿਆ ਸੀ 1928 ਦੇ ਵਿੱਚ। ਆਪਸ਼ਨ A ਇਜ਼ ਦਾ ਰਾਈਟ ਆਨਸਰ। ਨੈਕਸਟ,
ਰਾਜਤੰਤਰ ਸਰਕਾਰ ਕਿਸ ਨੂੰ ਕਹਿੰਦੇ ਹਨ? ਰਾਜੇ ਦੇ ਕੋਲ ਨਿਰਣਾ ਲੈਣ ਦਾ ਅਧਿਕਾਰ ਹੁੰਦਾ ਹੈ। ਰਾਜਾ ਜਨਤਾ ਦੇ ਪ੍ਰਤੀ ਜ਼ਿੰਮੇਵਾਰ ਨਹੀਂ ਹੁੰਦਾ। ਜਨਤਾ ਦੇ ਸਵਾਲਾਂ ਦਾ ਜਵਾਬ ਦੇਣਾ ਉਚਿਤ ਨਹੀਂ ਸਮਝਦਾ। ਬਿਲਕੁਲ, ਰਾਜੇ ਦੇ ਕੋਲ ਜੋ ਨਿਰਣਾ ਲੈਣ ਦਾ ਅਧਿਕਾਰ ਹੁੰਦਾ ਉਹ ਸਿਰਫ ਕਿਹਦੇ ਹੁੰਦਾ ਗਾ? ਰਾਜੇ ਦੇ ਕੋਲ ਹੀ ਹੁੰਦਾ। ਰਾਜਤੰਤਰ ਸਰਕਾਰ ਦੇ ਵਿੱਚ ਰਾਜਾ ਜਨਤਾ ਦੇ ਪ੍ਰਤੀ ਜ਼ਿੰਮੇਵਾਰ ਨਹੀਂ ਹੁੰਦਾ। ਉਹ ਆਪਣਾ ਫਾਇਦਾ ਹੀ ਸੋਚਦਾ, ਜੋ ਵੀ ਕੁਛ ਸੋਚੂ ਆਪਣੇ ਫਾਇਦੇ ਲਈ ਹੀ ਕਰੂਗਾ। ਜਨਤਾ ਦੇ ਸਵਾਲਾਂ ਦਾ ਜਵਾਬ ਦੇਣਾ ਉਚਿਤ ਨਹੀਂ ਸਮਝਦਾ। ਜੇਕਰ ਉਹ ਸਵਾਲ ਦੇਣਾ ਚਾਹੇ ਤਾਂ ਦੇ ਸਕਦਾ ਗਾ, ਅਦਰਵਾਈਜ਼ ਉਹ ਉਸ ਦੀ ਮਰਜ਼ੀ ਹੈਗੀ। ਸੋ ਇਹਦੇ ਵਿੱਚ ਆਪਣਾ ਉੱਤਰ ਕਿਹੜਾ ਬਣੂਗਾ? ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਪਹਿਲੇ ਵਿਸ਼ਵ ਯੁੱਧ ਦੌਰਾਨ ਮਹਿਲਾ ਮਤੇ ਅਧਿਕਾਰ ਅੰਦੋਲਨ ਹੋਇਆ ਸੀਗਾ, ਇਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਗਾ? ਸੋ ਪਹਿਲੇ ਵਿਸ਼ਵ ਯੁੱਧ ਦੌਰਾਨ ਜੋ ਪਹਿਲਾ ਮਤੇ ਅਧਿਕਾਰ ਅੰਦੋਲਨ ਹੋਇਆ ਸੀਗਾ ਉਹ ਕਿਸ ਨਾਮ ਨਾਲ ਜਾਣਿਆ ਜਾਂਦਾ ਗਾ? ਮਹਿਲਾ ਅਧਿਕਾਰ, ਮਤੇ ਅਧਿਕਾਰ ਦਾ ਪ੍ਰਯੋਗ, ਸਰਫੇਜ ਅੰਦੋਲਨ ਜਾਂ ਉਪਰੋਕਤ ਸਾਰੇ। ਸੋ ਇਹਦੇ ਵਿੱਚ ਜੋ ਆਪਣਾ ਸਹੀ ਉੱਤਰ ਬਣੂਗਾ ਉਹ ਬਣੂਗਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਸਰਫੇਜ ਅੰਦੋਲਨ ਕੀ ਸੀਗਾ ਜਾਂ ਸਰਫੇਜ ਮੂਵਮੈਂਟ ਕੀ ਸੀਗੀ? ਸਰਫੇਜ ਦਾ ਅੰਗਰੇਜ਼ੀ ਦੇ ਵਿੱਚ ਕੀ ਮਤਲਬ ਹੁੰਦਾ ਗਾ? ਵੋਟ ਦੇਣ ਦਾ ਅਧਿਕਾਰ ਹੀ ਹੁੰਦਾ ਗਾ। ਸਰਫੇਜ ਦਾ ਮਤਲਬ ਕੀ ਹੁੰਦਾ ਗਾ? ਵੋਟ ਦੇਣ ਦਾ ਅਧਿਕਾਰ। ਇਸ ਦਾ ਇੰਗਲਿਸ਼ ਦੇ ਵਿੱਚ ਮਤਲਬ ਕਈ ਵਾਰ ਪੁੱਛ ਲਿਆ ਜਾਂਦਾ ਪੇਪਰ ਦੇ ਵਿੱਚ, ਸਰਫੇਜ ਦਾ ਮਤਲਬ ਕੀ ਹੁੰਦਾ ਗਾ? ਵੋਟ ਦੇਣ ਦਾ ਅਧਿਕਾਰ। ਪਹਿਲਾ ਵਿਸ਼ਵ ਯੁੱਧ ਜਦੋਂ ਹੋਇਆ ਸੀਗਾ ਉਹਦੇ ਵਿੱਚ ਕੀ ਸੀ? ਸਾਰੇ ਪੁਰਸ਼ ਜਿਹੜੇ ਲੜਾਈ ਵਿੱਚ ਚਲੇ ਗਏ ਸੀਗੇ ਤਾਂ ਮਹਿਲਾਵਾਂ ਨੂੰ ਜਿਹੜੇ ਉਹ ਕੰਮ ਕਰਨੇ ਪੈ ਗਏ ਸੀਗੇ ਜਿਹੜੇ ਮਰਦ ਕਰਦੇ ਸੀਗੇ। ਇਸ ਤਰ੍ਹਾਂ ਮਹਿਲਾਵਾਂ ਦੀ ਇਹ ਸ਼ਮਤਾ ਦੇਖ ਕੇ ਇਹ ਸ਼ੁਰੂ ਹੋਇਆ ਸੀਗਾ। ਸੋ ਮਹਿਲਾਵਾਂ ਨੇ ਵੋਟ ਦੇਣ ਦੇ ਅਧਿਕਾਰ ਦੀ ਮੰਗ ਕੀਤੀ ਸੀ ਕਿ ਜਦੋਂ ਅਸੀਂ ਮਰਦਾਂ ਵਾਲੇ ਕੰਮ ਕਰ ਸਕਦੇ ਹਾਂ ਤਾਂ ਅਸੀਂ ਸਾਨੂੰ ਵੋਟ ਦੇਣ ਦਾ ਅਧਿਕਾਰ ਕਿਉਂ ਨਹੀਂ ਗਾ? ਫਿਰ ਜਗ੍ਹਾ ਜਗ੍ਹਾ 'ਤੇ ਕੀ ਹੋਇਆ ਸੀਗਾ? ਮਹਿਲਾਵਾਂ ਨੇ ਆਪਦੇ ਆਪ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਪ੍ਰਦਰਸ਼ਨ ਕੀਤਾ ਅਤੇ ਭੁੱਖ ਹੜਤਾਲ ਕੀਤੀ ਸੀਗੀ। ਸੋ ਇਸ ਦੇ ਮੱਦੇ ਨਜ਼ਰ ਹੀ ਫਿਰ ਹੌਲੀ ਹੌਲੀ ਦੇਖਦੇ ਹੋਏ ਅਮਰੀਕਾ ਦੀ ਸਰਕਾਰ ਨੇ 1920 ਦੇ ਵਿੱਚ ਕੀ ਸੀਗਾ? ਵੋਟ ਦੇਣ ਦਾ ਅਧਿਕਾਰ ਦੇ ਦਿੱਤਾ ਸੀਗਾ। ਅਤੇ ਇੰਗਲੈਂਡ ਦੇ ਵਿੱਚ ਕਦੋਂ ਦਿੱਤਾ ਸੀਗਾ ਵੋਟ ਦੇਣ ਦਾ ਅਧਿਕਾਰ? 1928 ਦੇ ਵਿੱਚ ਮਹਿਲਾਵਾਂ ਨੂੰ ਦੇ ਦਿੱਤਾ ਸੀਗਾ। ਸੋ ਇਸ ਮੂਵਮੈਂਟ ਨੂੰ ਕੀ ਕਿਹਾ ਜਾਂਦਾ ਗਾ? ਸਰਫੇਜ ਮੂਵਮੈਂਟ ਕਿਹਾ ਜਾਂਦਾ ਗਾ, ਜਿਹਦਾ ਮਤਲਬ ਕੀ ਹੁੰਦਾ ਗਾ? ਵੋਟ ਦੇਣ ਦਾ ਅਧਿਕਾਰ। ਸੋ ਇਹ ਸੀਗਾ ਸਰਫੇਜ ਮੂਵਮੈਂਟ। ਨੈਕਸਟ, ਯੰਗ ਇੰਡੀਆ ਪੱਤਰਿਕਾ ਦੇ ਲੇਖਕ ਕੌਣ ਸਨ? ਇਹ ਵੀ ਮੋਸਟ ਇੰਪੋਰਟੈਂਟ ਹੈਗਾ। ਯੰਗ ਇੰਡੀਆ ਪੱਤਰਿਕਾ ਦੇ ਲੇਖਕ ਕੌਣ ਸਨ? ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਵੱਲਭ ਭਾਈ ਪਟੇਲ ਜਾਂ ਲਾਲਾ ਲਾਜਪਤ ਰਾਏ। ਸੋ ਯੰਗ ਇੰਡੀਆ ਪੱਤਰਿਕਾ ਦੇ ਲੇਖਕ ਸਨ ਮਹਾਤਮਾ ਗਾਂਧੀ ਜੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਯੰਗ ਇੰਡੀਆ ਪੱਤਰਿਕਾ ਕੀ ਸੀਗੀ? ਇਹ ਭਾਰਤ ਵਿੱਚ ਆਜ਼ਾਦੀ ਤੋਂ ਪਹਿਲਾਂ ਕੀ ਆ ਬਹੁਤ ਸਾਰੇ ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਸੀਗਾ, ਬਹੁਤ ਘੱਟ ਸੀਗਾ ਕਿਉਂਕਿ ਵੋਟ ਕਿਹੜੇ ਪਾ ਸਕਦੇ ਸੀਗੇ? ਸਿਰਫ ਉਹੀ ਵੋਟ ਪਾ ਸਕਦੇ ਸਨ ਜਿਹੜੇ ਅਮੀਰ ਸਨ ਅਤੇ ਜਾਂ ਮਤਲਬ ਕਿ ਇਹਨਾਂ ਦਾ ਅਹੁਦਾ ਥੋੜ੍ਹਾ ਜਿਹਾ ਉੱਚਾ ਸੀਗਾ। ਸੋ ਕੀ ਸੀਗਾ ਇਸ ਲਈ ਜਨਤਾ ਨੇ ਕੀ ਆ ਸੰਗਠਿਤ ਹੋ ਕੇ ਇਸ ਅਧਿਕਾਰ ਦੀ ਕੀ ਸੀਗੀ ਮੰਗ ਕੀਤੀ ਸੀਗੀ। ਅਤੇ ਮਹਾਤਮਾ ਗਾਂਧੀ ਸਮੇਤ ਕਈ ਨੇਤਾਵਾਂ ਨੇ ਕੀ ਹੈ ਕਿ ਇਹਨਾਂ ਨੂੰ ਅਨਿਆਂਪੂਰਨਕ ਵਿਵਹਾਰ ਮੰਨਿਆ ਸੀਗਾ ਕਿ ਸਾਡੇ ਨਾਲ ਇਹ ਸਹੀ ਨਹੀਂ ਹੋ ਰਿਹਾ। ਸੋ ਇਸ ਕਰਕੇ 1931 ਦੇ ਵਿੱਚ ਯੰਗ ਇੰਡੀਆ ਪੱਤਰਿਕਾ ਦੇ ਵਿੱਚ ਲਿਖਿਆ ਸੀਗਾ 1931 ਦੇ ਵਿੱਚ ਇਸ ਯੰਗ ਇੰਡੀਆ ਪੱਤਰਿਕਾ ਦੇ ਵਿੱਚ ਲਿਖਿਆ ਸੀਗਾ ਮਹਾਤਮਾ ਗਾਂਧੀ ਨੇ ਕਿ ਜਿਸ ਆਦਮੀ ਦੇ ਕੋਲ ਵੀ ਜ਼ਿਆਦਾ ਸੰਪੱਤੀ ਹੈਗੀ ਉਹ ਵੋਟ ਦੇ ਸਕਦਾ ਗਾ। ਲੇਕਿਨ ਕੀ ਸੀਗਾ? ਜਿਸ ਆਦਮੀ ਕੋਲ ਦਾ ਚਰਿੱਤਰ ਵਧੀਆ ਹੈਗਾ ਜਾਂ ਜਿਹਦੇ ਕੋਲ ਸੰਪੱਤੀ ਜਾਂ ਸਿੱਖਿਆ ਐਜੂਕੇਸ਼ਨ ਨਹੀਂ ਹੈਗੀ ਉਹ ਵੋਟ ਨਹੀਂ ਦੇ ਸਕਦਾ। ਕਿਉਂਕਿ ਕੀ ਹੈਗਾ ਉਹ ਆਪਣਾ ਸਾਰਾ ਦਿਨ ਭਰ ਪਸੀਨਾ ਬਹਾਉਂਦਾ ਗਾ, ਇਮਾਨਦਾਰੀ ਨਾਲ ਕੰਮ ਕਰਦਾ ਗਾ, ਪਰ ਉਹ ਵੋਟ ਨਹੀਂ ਦੇ ਸਕਦਾ ਗਾ ਕਿਉਂਕਿ ਵੀ ਉਹ ਗਰੀਬ ਹੈ, ਇਸ ਲਈ ਨਹੀਂ ਵੋਟ ਦੇ ਸਕਦਾ। ਇਹ ਮਹਾਤਮਾ ਗਾਂਧੀ ਨੇ ਇਸ ਪੱਤਰਿਕਾ ਦੇ ਵਿੱਚ ਲਿਖਿਆ ਸੀਗਾ। ਸੋ ਮਹਾਤਮਾ ਗਾਂਧੀ ਨੇ ਕੀ ਸੀਗਾ? ਵੋਟ ਦੇਣ ਦੇ ਅਧਿਕਾਰ ਪ੍ਰਤੀ ਹੀ ਇਸ ਯੰਗ ਇੰਡੀਆ ਪੱਤਰਿਕਾ ਦੇ ਵਿੱਚ ਇਹ ਆਰਟੀਕਲ ਉਸ ਸਮੇਂ 1931 ਦੇ ਵਿੱਚ ਲਿਖਿਆ ਸੀਗਾ। ਸੋ ਯੰਗ ਇੰਡੀਆ ਪੱਤਰਿਕਾ ਦੇ ਲੇਖਕ ਕੌਣ ਸਨ? ਮਹਾਤਮਾ ਗਾਂਧੀ ਜੀ। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਦਾ ਡਿਸਕਵਰੀ ਆਫ ਇੰਡੀਆ ਨਾਮਕ ਪੁਸਤਕ ਕਿਸ ਦੀ ਰਚਨਾ ਹੈ? ਸੋ ਇਹ ਕਿਸ ਦੀ ਰਚਨਾ ਹੈਗੀ? ਜਵਾਹਰ ਲਾਲ ਨਹਿਰੂ ਦੀ, ਮਹਾਤਮਾ ਗਾਂਧੀ ਦੀ, ਵੱਲਭ ਭਾਈ ਪਟੇਲ ਦੀ ਜਾਂ ਡਾਕਟਰ ਭੀਮ ਰਾਓ ਅੰਬੇਦਕਰ ਦੀ। ਸੋ ਦਾ ਡਿਸਕਵਰੀ ਆਫ ਇੰਡੀਆ ਜਿਹੜੀ ਨਾਮਕ ਪੁਸਤਕ ਆ ਇਹ ਹੈਗੀ ਸ਼੍ਰੀ ਜਵਾਹਰ ਲਾਲ ਨਹਿਰੂ ਦੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਕਿਸ ਦੇਸ਼ ਵਿੱਚ ਪਹਿਲਾ ਰੰਗ ਭੇਦ ਕਾਨੂੰਨ ਹੋਇਆ ਸੀ? ਉੱਤਰੀ ਅਫਰੀਕਾ, ਦੱਖਣੀ ਅਫਰੀਕਾ ਜਾਂ ਦੱਖਣੀ ਅਮਰੀਕਾ ਜਾਂ ਬੰਗਲਾਦੇਸ਼। ਸੋ ਜੋ ਪਹਿਲਾ ਰੰਗ ਭੇਦ ਕਾਨੂੰਨ ਹੋਇਆ ਸੀ ਉਹ ਹੋਇਆ ਸੀਗਾ ਦੱਖਣੀ ਅਫਰੀਕਾ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ,
ਅਫਰੀਕਨ ਨੈਸ਼ਨਲ ਕਾਂਗਰਸ ਦੇ ਨੇਤਾ ਕੌਣ ਸਨ? ਮਹਾਤਮਾ ਗਾਂਧੀ, ਨੇਲਸਨ ਮੰਡੇਲਾ, ਜਵਾਹਰ ਲਾਲ ਨਹਿਰੂ ਜਾਂ ਬਿਲ ਕਲਿੰਟਨ। ਸੋ ਅਫਰੀਕਨ ਨੈਸ਼ਨਲ ਕਾਂਗਰਸ ਦੇ ਜੋ ਨੇਤਾ ਸਨ ਉਹ ਸਨ ਨੇਲਸਨ ਮੰਡੇਲਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਜੋ ਪਹਿਲਾ ਰੰਗ ਭੇਦ ਕਾਨੂੰਨ ਹੋਇਆ ਸੀਗਾ ਨੇਲਸਨ ਮੰਡੇਲਾ ਫਿਰ ਅਫਰੀਕਨ ਨੈਸ਼ਨਲ ਕਾਂਗਰਸ ਨੇ ਜੋ ਇਸ ਦਾ ਕੀ ਹੈਗਾ ਵਿਰੋਧ ਕੀਤਾ ਸੀਗਾ, ਜੋ ਇਸ ਦਾ ਫਲਸਰੂਪ ਕੀ ਸੀਗਾ 1994 ਦੇ ਵਿੱਚ ਇਹ ਪੂਰੀ ਮਤਲਬ ਕਿ ਕੀ ਸੀਗਾ ਕਾਨੂੰਨ ਉੱਥੇ ਬਣ ਗਏ ਸੀਗੇ, ਲੋਕਾਂ ਨੂੰ ਕੀ ਆਪਣੇ ਅਧਿਕਾਰ ਮਿਲ ਗਏ ਸੀ। ਸੋ ਰੰਗ ਭੇਦ ਦਾ ਜੋ ਵੀ ਕੋਈ ਵੀ ਹੈਗਾ ਉੱਥੇ ਇਹ ਨਸਲ ਜੋ ਕਿ ਹੁੰਦੀ ਸੀਗੀ ਆਪਣੇ ਕਹਿ ਦਿਓ ਰੰਗ ਭੇਦ ਦਾ ਸੀਗਾ ਉਹ ਖਤਮ ਹੋ ਚੁੱਕਿਆ ਸੀਗਾ ਪੂਰਾ। ਕਦੋਂ ਸੀ? 1994 ਦੇ ਵਿੱਚ। ਉਸਦੇ ਵਿੱਚ ਸਭ ਤੋਂ ਵੱਡਾ ਰੋਲ ਕਿਹਦਾ ਸੀਗਾ? ਨੇਲਸਨ ਮੰਡੇਲਾ ਦਾ। ਸੋ ਅਫਰੀਕਨ ਨੈਸ਼ਨਲ ਕਾਂਗਰਸ ਦੇ ਨੇਤਾ ਕੌਣ ਸਨ? ਉਹ ਸਨ ਨੇਲਸਨ ਮੰਡੇਲਾ। ਨੈਕਸਟ, ਅਫਰੀਕਾ ਕਦੋਂ ਇੱਕ ਲੋਕਤਾਂਤਰਿਕ ਦੇਸ਼ ਬਣਿਆ ਸੀਗਾ? ਸੋ ਅਫਰੀਕਾ ਕਦੋਂ ਇੱਕ ਲੋਕਤਾਂਤਰਿਕ ਦੇਸ਼ ਬਣਿਆ ਸੀ? 1947 'ਚ, 58 'ਚ, 88 'ਚ ਜਾਂ 94 ਦੇ ਵਿੱਚ। ਇੱਕ ਲੋਕਤਾਂਤਰਿਕ ਦੇਸ਼ ਬਣਿਆ ਸੀ 1994 ਦੇ ਵਿੱਚ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਹੁਣ ਕੀ ਆ ਗਿਆ ਪੰਚਾਇਤਾਂ ਬਾਰੇ। ਪੰਚਾਇਤਾਂ ਬਾਰੇ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਪੰਚਾਇਤੀ ਸਿਸਟਮ ਬਾਰੇ। ਸੋ ਗ੍ਰਾਮ ਸਭਾ, ਸਭ ਤੋਂ ਪਹਿਲਾਂ ਕੀ ਪੜ੍ਹਾਂਗੇ ਆਪਾਂ? ਗ੍ਰਾਮ ਸਭਾ। ਇਸ ਦੇ ਰਿਗਾਰਡਿੰਗ ਹੀ ਪੇਪਰ ਦੇ ਵਿੱਚ ਬਹੁਤ ਪੁੱਛਿਆ। ਇਸ ਵਾਰ ਵੀ ਜਿਹੜਾ ਹੁਣ ਪੇਪਰ ਦੇ ਵਿੱਚ ਹੋਇਆ ਸੀਗਾ ਕਰੰਟ ਦੇ ਵਿੱਚ, ਜੋ ਕਿ ਪੇਪਰ SST ਦਾ ਕੈਂਸਲ ਹੋਇਆ ਸੀ, ਉਸ ਦੇ ਵਿੱਚ ਵੀ ਗ੍ਰਾਮ ਸਭਾ ਦੇ ਰਿਗਾਰਡਿੰਗ ਪ੍ਰਸ਼ਨ ਪੁੱਛੇ ਗਏ ਸਨ। ਸੋ ਗ੍ਰਾਮ ਪੰਚਾਇਤ ਪਿੰਡ ਦੀ ਇੱਕ ਪਾਰਲੀਮੈਂਟ ਭਾਵ ਗ੍ਰਾਮ ਸਭਾ ਹੁੰਦੀ ਹੈਗੀ। ਸੰਵਿਧਾਨ ਦੀ 73ਵੀਂ ਸੋਧ ਤੋਂ ਬਾਅਦ ਬਣੇ ਪੰਚਾਇਤੀ ਰਾਜ ਢਾਂਚੇ ਵਿੱਚ ਗ੍ਰਾਮ ਸਭਾ ਨੂੰ ਸੰਵਿਧਾਨਿਕ ਰੂਪ ਮਿਲ ਗਿਆ। ਗ੍ਰਾਮ ਸਭਾ ਉਹ ਸੰਸਥਾ ਹੈ ਜਿਸ ਵਿੱਚ ਪਿੰਡ ਦੇ ਸਾਰੇ ਵੋਟਰ ਸਥਾਈ ਮੈਂਬਰ ਹੁੰਦੇ ਹਨ। ਪੰਚਾਇਤੀ ਕੇਂਦਰੀ ਜਾਂ ਸੂਬੇ ਦੇ ਮੰਤਰੀ ਮੰਡਲ ਦੀ ਤਰ੍ਹਾਂ ਇੱਕ ਕਾਰਜਕਾਰੀ ਸੰਸਥਾ ਹੈ ਅਤੇ ਇਸ ਦਾ ਮੁਖੀ ਕੌਣ ਹੁੰਦਾ ਗਾ? ਸਰਪੰਚ ਹੁੰਦਾ ਗਾ। ਮਤਲਬ ਕਿ ਕੀ ਹੈਗਾ ਗ੍ਰਾਮ ਸਭਾ ਪਿੰਡ ਦੀ ਜਿਸ ਦੀ ਮੈਂਬਰ ਦੀ ਵੋਟ ਬਣੀ ਹੁੰਦੀ ਹੈਗੀ ਉਹ ਇਸ ਦਾ ਕੀ ਹੁੰਦਾ ਗਾ? ਹਿੱਸਾ ਹੁੰਦਾ ਗਾ। 73ਵੀਂ ਸੋਧ ਤੋਂ ਬਾਅਦ 21 ਅਪ੍ਰੈਲ 1994 ਨੂੰ ਕੀ ਹੋਇਆ ਸੀ? ਨਵੇਂ ਪੰਚਾਇਤੀ ਕਾਨੂੰਨ ਰਾਜ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਵੋਟਰਾਂ ਨੂੰ ਗ੍ਰਾਮ ਸਭਾ ਵਿੱਚ ਤਹਿਤ ਵੀ ਇੱਕ ਤਾਕਤ ਦਿੱਤੀ ਗਈ ਸੀਗੀ ਵੀ ਜੋ ਵੀ ਮੰਗ ਇਸ ਗ੍ਰਾਮ ਸਭਾ ਦੇ ਪਿੰਡ ਦੇ ਲੋਕਾਂ ਲਈ ਮੰਗੀ ਜਾਂਦੀ ਸੀਗੀ ਉਹ ਦੁਨੀਆ ਦੀ ਕੋਈ ਵੀ ਤਾਕਤ ਰੋਕ ਨਹੀਂ ਸੀਗੀ ਸਕਦੀ। ਮਤਲਬ ਕਿ ਕੀ ਹੈਗਾ ਜਿਹੜੇ ਦੇ ਪਹਿਲਾਂ ਕੀ ਹੁੰਦਾ ਸੀਗਾ 21 ਸਾਲ ਦੇ ਵੋਟ ਬਣੀ ਹੁੰਦੀ ਸੀਗੀ ਹਰ ਇੱਕ ਦੀ। 21 ਸਾਲ ਵਾਲਾ ਕੀ ਆ ਵੋਟ ਪਾ ਸਕਦਾ ਸੀਗਾ। ਪਰ ਇੱਦੂ ਬਾਅਦ ਫਿਰ ਕੀ ਹੋ ਗਿਆ ਸੀਗਾ 18 ਸਾਲ ਜਿਹੜੇ ਦੀ ਇਹ ਕਿਹੜੀ ਅਮੈਂਡਮੈਂਟ ਰਾਹੀਂ ਹੋਇਆ ਸੀਗਾ? 18 ਸਾਲ ਦੀ ਵੋਟ ਪਾਉਣ ਦਾ ਅਧਿਕਾਰ ਇਹ ਹੋਇਆ ਸੀਗਾ 61ਵੀਂ ਅਮੈਂਡਮੈਂਟ ਰਾਹੀਂ। ਸੋ ਜਿਹੜਾ 18 ਸਾਲ ਜਾਂ ਇਸ ਤੋਂ ਵੱਧ ਤੋਂ ਉਮਰ ਦੀ ਵੋਟ ਪਿੰਡ ਦੇ ਬੰਦੇ ਦੀ ਵੋਟ ਬਣੀ ਹੋਈ ਹੈ ਉਹ ਗ੍ਰਾਮ ਸਭਾ ਦਾ ਸਿੱਧੇ ਤੌਰ 'ਤੇ ਮੈਂਬਰ ਹੁੰਦਾ ਗਾ। ਸੋ ਉਹ ਕੀ ਹੈਗਾ ਮੈਂਬਰ ਹੁੰਦਾ ਗਾ ਉਹ ਕੀ ਹੈਗਾ ਇੱਕ ਪਿੰਡ ਦੀ ਪਾਰਲੀਮੈਂਟ, ਜਿਵੇਂ ਕਿ ਲੋਕ ਸਭਾ ਹੋ ਗਈ, ਰਾਜ ਸਭਾ ਹੋ ਗਈ, ਉਸੇ ਤਰ੍ਹਾਂ ਕੀ ਇਹ ਪਿੰਡ ਦੀ ਇੱਕ ਪਾਰਲੀਮੈਂਟ ਹੁੰਦੀ ਹੈਗੀ। ਇਹਨਾਂ ਦਾ ਜਿਹੜਾ ਜੋ ਅਹੁਦੇਦਾਰ ਹੁੰਦਾ ਹੈਗਾ ਮੇਨ ਬੰਦਾ ਹੁੰਦਾ ਹੈਗਾ ਇਸ ਸੰਸਥਾ ਦਾ ਮੁਖੀ ਹੁੰਦਾ ਗਾ ਉਹ ਕੌਣ ਹੁੰਦਾ ਗਾ? ਸਰਪੰਚ ਹੁੰਦਾ ਗਾ। ਸੋ ਇਹ ਕੀ ਹੈਗਾ ਸਰਪੰਚ ਜੋ ਕਿ ਪਿੰਡ ਦੀਆਂ ਮੀਟਿੰਗਾਂ ਮਤਲਬ ਕਿ ਪਿੰਡ ਦੇ ਵਿੱਚ ਕੰਮ ਕਰਨਾ ਗਾ ਕੁਛ ਵੀ ਕਰਨਾ ਗਾ ਉਸ ਦਾ ਜੋ ਕਿ ਸਾਰਾ ਹਿਸਾਬ ਕਿਤਾਬ ਆ ਪਿੰਡ ਦੀ ਗ੍ਰਾਮ ਸਭਾ ਨੂੰ ਦੇਣਾ ਹੁੰਦਾ ਗਾ। ਜੇਕਰ ਕੋਈ ਪਿੰਡ ਦੀ ਗ੍ਰਾਮ ਸਭਾ ਕਹਿ ਦੇ ਪਿੰਡ ਦੇ ਵਿੱਚ ਆਹ ਕੰਮ ਕਰਨਾ ਗਾ ਤਾਂ ਸਰਪੰਚ ਨੂੰ ਉਹ ਕੰਮ ਕਰਨਾ ਹੀ ਪਊਗਾ। ਸੋ ਇਹ ਕੀ ਹੈਗਾ ਗ੍ਰਾਮ ਸਭਾ ਦੀਆਂ ਹੁਣ ਮੀਟਿੰਗਾਂ ਕਦੋਂ ਹੁੰਦੀਆਂ ਗੀਆਂ? 2 ਮੀਟਿੰਗਾਂ ਸਰਪੰਚ ਨੂੰ ਕਰਾਉਣੀਆਂ ਹੀ ਪੈਂਦੀਆਂ ਗੀਆਂ। ਕਦੋਂ? ਜੂਨ ਦੇ ਅਤੇ ਦਸੰਬਰ ਦੇ ਵਿੱਚ। ਇਹਦਾ ਸਰਪੰਚ ਨੂੰ ਕੀ ਆ 15 ਦਿਨ ਪਹਿਲਾਂ ਅਨਾਊਂਸਮੈਂਟ ਕਰਨੀ ਪੈਂਦੀ ਹੈ ਸਪੀਕਰ ਦੇ ਰਾਹੀਂ ਵੀ ਆਹ ਤਰੀਕ ਨੂੰ ਕੀ ਹੈਗਾ ਮੀਟਿੰਗ ਹੋਊਗੀ। ਸੋ ਸਾਰੇ ਜਿਨ੍ਹਾਂ ਦੇ ਉਹ ਹੈਗੇ ਮੈਂਬਰ ਹੈਗੇ ਉਹ ਕੀ ਹੈਗਾ ਇੱਕ ਜਗ੍ਹਾ ਇਕੱਠੇ ਹੋਣਗੇ। ਪੰਚਾਇਤ ਸੈਕਟਰੀ ਬਕਾਇਦਾ ਇੱਕ ਗੌਰਮੈਂਟ ਦਾ ਬੰਦਾ ਆਊਗਾ। ਸੋ ਉੱਥੇ ਕੀ ਹੈਗਾ ਸਰਪੰਚ ਬੈਠੂ ਪਿੰਡ ਦਾ ਜੋ ਸਰਪੰਚ ਹੁੰਦਾ ਗਾ ਉਹ ਲੋਕਾਂ ਦੀਆਂ ਮੁਸ਼ਕਿਲਾਂ ਸੁਣੂ ਵੀ ਆਹ ਸਾਰੇ ਕੀ ਮੈਂਬਰਾਂ ਦੀਆਂ ਮੁਸ਼ਕਿਲਾਂ ਸੁਣੂਗਾ ਤਾਂ ਉਹ ਕੀ ਹੈਗਾ ਫਿਰ ਇਸ ਦਾ ਸਲਿਊਸ਼ਨ ਦਾ ਹੱਲ ਕਰਨਗੇ। ਸੋ ਇਸ ਨੂੰ ਕੀ ਬੋਲਦੇ ਹੈਗੇ? ਗ੍ਰਾਮ ਸਭਾ ਬੋਲਦੇ ਹੈਗੇ। ਨੈਕਸਟ ਫਿਰ ਕੀ ਆ ਗਈ ਗ੍ਰਾਮ ਪੰਚਾਇਤ। ਸੋ ਪਿੰਡ ਦੇ ਗ੍ਰਾਮ ਪੰਚਾਇਤ ਹੁਣ ਕੀ ਹੁੰਦੀ ਹੈਗੀ? ਪਿੰਡ ਦੇ ਵਿਕਾਸ ਅਤੇ ਉੱਥੋਂ ਦੇ ਨਿਵਾਸੀਆਂ ਲਈ ਜੀਵਨ ਦੀਆਂ ਸੁੱਖ ਸੁਵਿਧਾਵਾਂ ਦਾ ਉਪਲਬਧ ਕਰਾਉਣ ਲਈ ਕਿਸੇ ਪ੍ਰਬੰਧਕ ਏਜੰਸੀ ਦੀ ਜ਼ਰੂਰਤ ਹੁੰਦੀ ਹੈ। ਸੋ ਇਸ ਕਾਰਜ ਨੂੰ ਪੂਰਾ ਕਰਨ ਲਈ ਕੀ ਹੈਗਾ ਗ੍ਰਾਮ ਪੰਚਾਇਤ ਦੀ ਵਿਵਸਥਾ ਕੀਤੀ ਗਈ ਹੈਗੀ। ਗ੍ਰਾਮ ਪੰਚਾਇਤ ਪਿੰਡ ਦੇ ਕਈ ਵਾਰਡਾਂ ਵਿੱਚ ਵੰਡੀ ਹੁੰਦੀ ਹੈਗੀ। ਹਰ ਇੱਕ ਵਾਰਡ ਵਿੱਚੋਂ ਇੱਕ ਪੰਚ ਚੁਣਿਆ ਜਾਂਦਾ ਅਤੇ ਇਹ ਸਭ ਪੰਚ ਮਿਲ ਕੇ ਕੀ ਹੈਗਾ ਸਰਪੰਚ ਚੁਣਦੇ ਹੈਗੇ। ਸੋ ਉਹ ਕੀ ਹੁੰਦਾ ਹੈਗਾ ਗ੍ਰਾਮ
ਪੰਚਾਇਤ ਹੁੰਦੀ ਹੈ। ਗ੍ਰਾਮ ਪੰਚਾਇਤ ਦਾ ਕਾਰਜਕਾਲ ਕਿੰਨੇ ਟਾਈਮ ਦਾ ਹੁੰਦਾ? ਇਹ ਹੁੰਦਾ ਗਾ 5 ਸਾਲ ਦਾ ਹੁੰਦਾ ਗਾ। ਸੋ ਤੁਸੀਂ ਆਪਣੇ ਏਰੀਏ ਦੇ ਵਿੱਚ ਪਿੰਡਾਂ ਤੋਂ ਬਿਲੋਂਗ ਹੀ ਕਰਦੇ ਹੈਗੇ, ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਹਰ ਇੱਕ ਦਾ ਆਪਣਾ ਆਪਣਾ ਜਿੱਥੇ ਰਹਿੰਦੇ ਹੋਗੇ ਉਹ ਵਾਰਡ ਹੈਗਾ। ਵਾਰਡ ਦੇ ਵਿੱਚੋਂ ਹਰ ਇੱਕ ਦਾ ਕੀ ਹੈਗਾ? ਪੰਚ ਹੈਗਾ, ਜਿਹਨੂੰ ਆਪਾਂ ਮੈਂਬਰ ਬੋਲਦੇ ਨੇ। ਮੈਂਬਰ ਕੀ ਹੈਗਾ? ਮੈਂਬਰ ਹਰ ਇੱਕ ਵਾਰਡ ਦੇ ਵਿੱਚੋਂ ਚੁਣਿਆ ਜਾਂਦਾ ਹੈਗਾ। ਵਾਰਡ ਕੀ ਹੈਗਾ? ਪਿੰਡ ਦੇ ਵਿੱਚ ਵਾਰਡ ਜ਼ਰੂਰੀ ਨਹੀਂ ਗਾ 5-7, ਕਈ ਵਾਰਡਾਂ ਦੇ ਵਿੱਚ ਵੰਡਿਆ ਹੁੰਦਾ ਗਾ। ਸੋ ਉੱਥੇ ਕੀ ਹੈਗਾ? ਪਿੰਡ ਦੀ ਵੋਟ ਦੇ ਅਕੋਰਡਿੰਗ ਹੀ ਵਾਰਡ ਵੰਡੇ ਹੁੰਦੇ ਹੈਗੇ। 5 ਕਹਿ ਲਓ ਜਾਂ 5 ਵਾਰਡ ਹੋ ਗਏ। 5 ਵਾਰਡਾਂ ਦੇ ਵਿੱਚੋਂ ਹਰ ਇੱਕ ਦਾ ਇੱਕ ਮੈਂਬਰ ਹੋਊਗਾ ਅਤੇ ਇੱਕ ਕੀ ਹੋਊਗਾ? ਸਰਪੰਚ ਹੋਊਗਾ। ਸੋ ਉਹ ਕੀ ਹੈਗਾ? ਹਰ ਇੱਕ ਦੇ ਵਿੱਚ ਆਪਣੇ ਆਪਣੇ ਵਾਰਡ ਦੇ ਵਿੱਚੋਂ ਚੁਣਦੇ, ਤਾਂ ਉਹ ਕੀ ਮਿਲ ਕੇ ਚੁਣਦੇ? ਇੱਕ ਸਰਪੰਚ ਚੁਣਦੇ ਹੈਗੇ। ਸੋ ਇਹਦਾ ਕਾਰਜਕਾਲ ਕਿੰਨੇ ਟਾਈਮ ਦਾ ਹੁੰਦਾ ਗਾ? 5 ਸਾਲ ਦਾ ਹੁੰਦਾ। ਇਹਨੂੰ ਕੀ ਬੋਲਦੇ ਹੈਗੇ? ਗ੍ਰਾਮ ਪੰਚਾਇਤ। ਸੋ ਗ੍ਰਾਮ ਪੰਚਾਇਤ ਅਤੇ ਗ੍ਰਾਮ ਸਭਾ ਦੇ ਲਈ ਇੱਕ ਸਚਿਵ ਹੁੰਦਾ। ਸਚਿਵ ਮੀਨਜ਼ ਕੀ ਹੁੰਦਾ? ਜਿਹਨੂੰ ਆਪਾਂ ਬੋਲਦੇ ਹੈਗੇ ਸੈਕਟਰੀ। ਪੰਚਾਇਤ ਸੈਕਟਰੀ, ਜਿਸ ਦੀ ਨਿਯੁਕਤੀ ਸਰਕਾਰ ਦੇ ਦੁਆਰਾ ਕੀਤੀ ਜਾਂਦੀ ਹੈ। ਇਸ ਦਾ ਕੰਮ ਗ੍ਰਾਮ ਸਭਾ ਅਤੇ ਗ੍ਰਾਮ ਪੰਚਾਇਤ ਦੀਆਂ ਬੈਠਕਾਂ ਬੁਲਾਉਣਾ ਅਤੇ ਹੋਰ ਵੀ ਚਰਚਾ ਅਤੇ ਸਾਰਾ ਰਿਕਾਰਡ ਰੱਖਣਾ। ਸੋ ਜਿਹੜਾ ਪੰਚਾਇਤਾਂ ਦਾ ਰਿਕਾਰਡ ਰੱਖਦਾ ਉਹ ਕੌਣ ਰੱਖਦਾ ਗਾ? ਸੈਕਟਰੀ ਰੱਖਦਾ, ਜਿਹਨੂੰ ਆਪਾਂ ਸਚਿਵ ਬੋਲਦੇ ਹਾਂ। ਸਰਕਾਰ ਇਸ 'ਤੇ ਸਰਕਾਰ ਦੁਆਰਾ ਚੁਣਿਆ ਜਾਂਦਾ ਗਾ। ਇਹ ਸਾਰਾ ਕੀ ਹੈ? ਗ੍ਰਾਮ ਸਭਾ ਅਤੇ ਗ੍ਰਾਮ ਪੰਚਾਇਤਾਂ ਦੀਆਂ ਬੈਠਕਾਂ ਬੁਲਾਉਣ ਦਾ ਕੰਮ ਕੀ ਕਰਦਾ ਗਾ? ਸੈਕਟਰੀ ਦੇ ਦੁਆਰਾ ਹੀ ਕੀਤਾ ਜਾਂਦਾ ਗਾ। ਹੁਣ ਗ੍ਰਾਮ ਪੰਚਾਇਤ ਦੇ ਕੰਮ ਕੀ ਹੁੰਦੇ ਹੈਗੇ? ਗ੍ਰਾਮ ਪੰਚਾਇਤ ਦੇ ਕੰਮ ਕੀ ਹੁੰਦੇ ਹੈਗੇ? ਸੜਕਾਂ ਬਣਾਉਣੀਆਂ, ਜੋ ਕਿ ਪਿੰਡਾਂ ਦੇ ਵਿੱਚ ਰੋਡ ਜਾਂਦੇ, ਲਿੰਕ ਰੋਡ ਜਾਂਦੇ ਹੁੰਦੇ, ਉਹ ਸੜਕਾਂ ਬਣਾਉਣੀਆਂ, ਨਾਲੀਆਂ ਬਣਾਉਣੀਆਂ, ਸਕੂਲ ਬਣਾਉਣੇ, ਭਵਨ, ਪਾਣੀਆਂ ਦੇ ਸਰੋਤ ਅਤੇ ਹੋਰ ਬਹੁਤ ਸਾਰੇ ਸਰਵਜਨਕ ਭਵਨਾਂ ਦਾ ਨਿਰਮਾਣ ਕਰਨਾ ਅਤੇ ਉਹਨਾਂ ਦਾ ਰੱਖ ਰਖਾਵ ਕਰਨਾ। ਅਤੇ ਸਥਾਨਕ ਕਰ ਲਗਾਉਣਾ। ਸਥਾਨਕ ਕਰ ਮੀਨਜ਼ ਜੋ ਕਿ ਪੰਚਾਇਤੀ ਜ਼ਮੀਨਾਂ ਹੁੰਦੀਆਂ ਜਾਂ ਪੰਚਾਇਤਾਂ ਦੀਆਂ ਦੁਕਾਨਾਂ ਹੁੰਦੀਆਂ, ਉਹਨਾਂ ਤੋਂ ਜੋ ਕਰ ਇਕੱਠਾ, ਮਤਲਬ ਕਿ ਆਪਾਂ ਰੈਂਟ ਲੈਂਦੇ ਹੈਗੇ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਠੇਕਾ ਕਹਿ ਲਓ, ਉਹ ਲੈਂਦੇ ਹੈਗੇ, ਉਹ ਸਥਾਨਕ ਕਰ ਹੁੰਦਾ ਗਾ। ਉਹ ਇਕੱਠਾ ਕਰਨਾ, ਉਹਨਾਂ 'ਤੇ ਲਗਾਉਣਾ ਵੀ ਕਿੰਨਾ ਇਸ ਦਾ। ਜਿਵੇਂ ਕਿ ਹੁਣ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੋ ਗਈ ਇੱਕ, ਸਿਰਫ ਕਹਿੰਦੇ ਨਹੀਂ ਪੰਚਾਇਤੀ ਜ਼ਮੀਨ ਆ ਗਈ, ਉਹ ਪੰਚਾਇਤੀ ਜ਼ਮੀਨ ਕੀ ਹੈ? ਪੰਚਾਇਤ ਠੇਕੇ 'ਤੇ ਦਿੰਦੀ ਆ। ਉਹ ਪੰਚਾਇਤ ਕੀ ਹੈ? ਉਹਦੀ ਬੋਲੀ ਲਗਾਉਂਦੀ ਆ ਵੀ ਉਹ ਕਿੰਨੇ, ਉਦੋਂ ਤੁਹਾਨੂੰ ਪਤਾ ਹੀ ਹੈ ਸਾਰਾ ਸੈਕਟਰੀ ਵੀ ਬਹਿੰਦਾ ਹੈਗਾ, ਉਹ ਠੇਕੇ 'ਤੇ ਜ਼ਮੀਨ ਦਿੰਦੀ ਹੈਗੀ, ਅਤੇ ਉਹਦੇ 'ਤੇ ਕਿੰਨਾ ਕਰ ਲਗਾਉਣਾ ਮੀਨਜ਼ ਕਿੰਨੇ ਰੁਪਏ ਪਰ ਠੇਕੇ 'ਤੇ ਦਿੱਤੀ ਜਾਂਦੇ। ਅਤੇ ਫਿਰ ਉਹ ਇਕੱਠਾ ਕਰਨ ਦਾ ਕੰਮ ਵੀ ਕਿਹਦਾ ਹੁੰਦਾ ਹੈਗਾ? ਪੰਚਾਇਤ ਦਾ ਹੀ ਹੁੰਦਾ। ਉਹਨੂੰ ਬੋਲਦਾ ਹੈਗੇ ਸਥਾਨਕ ਕਰ ਲਗਾਉਣਾ। ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਸੰਬੰਧੀ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨਾ, ਜਿਵੇਂ ਕਿ ਨਰੇਗਾ ਦਾ ਕੰਮ ਹੋ ਗਿਆ, ਉਹ ਕੀ ਹੈਗਾ? ਉਹ ਸਰਕਾਰੀ ਜਿਹੜੀਆਂ ਯੋਜਨਾਵਾਂ ਨੂੰ ਲਾਗੂ ਕਰਦਾ ਹੈਗਾ। ਇਹ ਕੀ ਹੁੰਦਾ ਹੈਗਾ? ਪੰਚਾਇਤ ਦਾ ਕੰਮ ਹੁੰਦਾ ਹੈਗਾ। ਨੈਕਸਟ, ਸੋ ਪੰਚਾਇਤ ਦੇ ਸਤਰ ਜਾਂ ਪੱਧਰ ਕਿੰਨੇ ਹੁੰਦੇ ਹੈਗੇ? ਕਿਹੜੇ ਕਿਹੜੇ ਹੁੰਦੇ ਹੈਗੇ? ਜ਼ਿਲ੍ਹਾ ਪਰਿਸ਼ਦ, ਜੋ ਕਿ ਜ਼ਿਲ੍ਹੇ ਦੇ ਵਿੱਚ ਹੁੰਦੀ ਹੈਗੀ। ਪੰਚਾਇਤ ਸਮਿਤੀ, ਜੋ ਕਿ ਜਿਹਨੂੰ ਕਿ ਆਪਾਂ ਬੋਲਦੇ ਹਾਂਗੇ ਬਲਾਕ ਦੇ ਵਿੱਚ, ਬਲਾਕ 'ਚੋਂ ਦੀਆਂ ਚੋਣਾਂ ਹੁੰਦੀਆਂ ਗਾ। ਗ੍ਰਾਮ ਪੰਚਾਇਤ ਤੁਹਾਨੂੰ ਪਤਾ ਹੈ ਪਿੰਡਾਂ ਦੇ ਵਿੱਚ ਜੋ ਕਿ ਸਰਪੰਚ ਮੈਂਬਰ ਹੁੰਦੇ ਹੈਗੇ। ਸੋ ਕਿੰਨੇ ਤਰ੍ਹਾਂ ਦੇ ਹੁੰਦੇ ਹੈਗੇ? ਇਹ 3 ਸਤਰ ਹੁੰਦੇ ਹੈਗੇ: ਜ਼ਿਲ੍ਹਾ ਪਰਿਸ਼ਦ, ਪੰਚਾਇਤ ਸਮਿਤੀ ਅਤੇ ਗ੍ਰਾਮ ਪਰਿਸ਼ਦ। ਪੰਚਾਇਤ ਦੀ ਸਭ ਤੋਂ ਵੱਡੀ ਕਿਹੜੀ ਇਕਾਈ ਹੈਗੀ? ਜ਼ਿਲ੍ਹਾ ਪਰਿਸ਼ਦ। ਅਤੇ ਸਭ ਤੋਂ ਛੋਟੀ ਇਕਾਈ ਕਿਹੜੀ ਹੈਗੀ? ਗ੍ਰਾਮ ਪੰਚਾਇਤ ਹੈਗੀ। ਨੈਕਸਟ, ਸੋ ਹੁਣ ਕੀ ਹੈਗੇ MCQ ਆਪਾਂ ਦੇਖਦੇ ਹਾਂ ਕਿ ਪੰਚਾਇਤਾਂ ਨਾਲ ਰਿਲੇਟਡ। ਇੱਕ ਗ੍ਰਾਮ ਪੰਚਾਇਤ ਕਿੰਨੇ ਵਾਰਡਾਂ ਵਿੱਚ ਵੰਡੀ ਹੁੰਦੀ ਹੈਗੀ? 3 ਵਾਰਡਾਂ 'ਚ, 5, 10 ਜਾਂ ਕਈ ਵਾਰਡਾਂ ਵਿੱਚ। ਤੁਹਾਨੂੰ ਪਤਾ ਹੀ ਹੈਗਾ ਵੋਟ ਦੇ ਹਿਸਾਬ ਨਾਲ ਹੀ ਪੰਚਾਇਤ ਦੇ ਵਾਰਡ ਵੰਡੇ ਹੁੰਦੇ ਹੈਗੇ। ਸੋ ਕੀ ਆਪਸ਼ਨ ਕੀ ਬਣ ਜੂ ਆਪਣਾ? D, ਕਈ ਵਾਰਡਾਂ ਵਿੱਚ। ਨੈਕਸਟ, ਗ੍ਰਾਮ ਪੰਚਾਇਤ ਅਤੇ ਗ੍ਰਾਮ ਸਭਾ ਦੇ ਵਿੱਚ ਇੱਕ ਸਚਿਵ ਹੁੰਦਾ ਗਾ, ਜਿਹਨੂੰ ਆਪਾਂ ਕੀ ਬੋਲਦੇ ਹੈਗੇ? ਸੈਕਟਰੀ ਬੋਲਦੇ ਹੈਗੇ। ਉਸ ਨੂੰ ਨਿਯੁਕਤ ਕੌਣ ਕਰਦਾ ਹੈਗਾ? ਗ੍ਰਾਮ ਸਭਾ ਕਰਦੀ ਹੈ, ਪੰਚਾਇਤ ਕਰਦੀ ਹੈ, ਸਰਕਾਰ ਕਰਦੀ ਹੈ, ਜਾਂ ਉਪਰੋਕਤ ਸਾਰੇ ਕਰਦੇ ਆ, ਤਿੰਨੇ ਮਿਲ ਕੇ ਕਰਦੇ ਹੈਗੇ? ਨਹੀਂ, ਉਹਨੂੰ ਕੌਣ ਇੱਕ ਸੈਕਟਰੀ ਨੂੰ ਕੌਣ ਨਿਯੁਕਤ ਕਰਦਾ? ਸੈਕਟਰੀ ਇੱਕ ਸਰਕਾਰੀ ਬੰਦਾ ਹੁੰਦਾ, ਤਾਂ ਸਰਕਾਰੀ ਬੰਦੇ ਨੂੰ ਕੌਣ ਨਿਯੁਕਤ ਕਰੂਗੀ? ਸਰਕਾਰ ਨਿਯੁਕਤ ਕਰੂਗੀ। ਸੋ ਆਪਣਾ ਉੱਤਰ ਕਿਹੜਾ ਬਣ ਜੂ ਫਿਰ? ਆਪਸ਼ਨ C ਇਜ਼ ਦਾ ਰਾਈਟ ਆਨਸਰ। ਨੈਕਸਟ, ਤਹਿਸੀਲ ਦਾ ਮੁਖੀ ਕੌਣ ਹੁੰਦਾ ਗਾ? ਲੇਖਪਾਲ ਹੁੰਦਾ, ਮੇਅਰ ਹੁੰਦਾ, ਤਹਿਸੀਲਦਾਰ ਹੁੰਦਾ, ਜਾਂ BDO ਹੁੰਦਾ ਗਾ? ਸੋ ਤਹਿਸੀਲ ਦਾ ਮੁਖੀ ਕੌਣ ਹੁੰਦਾ ਗਾ? ਤਹਿਸੀਲਦਾਰ। ਆਪਸ਼ਨ C ਇਜ਼ ਦਾ ਰਾਈਟ ਆਨਸਰ। ਨੈਕਸਟ, ਗ੍ਰਾਮ ਸਭਾ ਦੇ ਸਾਰੇ ਮੈਂਬਰ ਇੱਕ ਸਰਪੰਚ ਦੀ ਚੋਣ ਕਰਦੇ ਆ, ਜੋ ਕਿ ਪੰਚਾਇਤ ਹੁੰਦਾ ਗਾ, ਉਹ ਵੀ ਇੱਕ ਗ੍ਰਾਮ ਸਭਾ ਦੇ ਸਾਰੇ ਮੈਂਬਰ ਕੀ ਇੱਕ ਸਰਪੰਚ ਦੀ ਚੋਣ ਕਰਦੇ ਹੈਗੇ, ਜੋ ਕਿ ਕਿਸ ਦੀ ਤਰ੍ਹਾਂ ਹੁੰਦਾ ਗਾ? ਰਾਸ਼ਟਰਪਤੀ ਦੇ ਅਹੁਦੇ ਦੀ ਤਰ੍ਹਾਂ, ਪ੍ਰਧਾਨ ਮੰਤਰੀ ਜਾਂ ਉਪ ਪ੍ਰਧਾਨ। ਸੋ ਕਿਹਦੀ ਤਰ੍ਹਾਂ ਹੁੰਦਾ ਗਾ? ਰਾਸ਼ਟਰਪਤੀ ਦੀ ਤਰ੍ਹਾਂ ਹੁੰਦਾ। ਆਪਸ਼ਨ A ਇਜ਼ ਦਾ ਰਾਈਟ ਆਨਸਰ। ਨੈਕਸਟ, ਡੈਸ਼, ਜੋ ਸਟਰੀਟ ਲਾਈਟਾਂ, ਕੂੜਾ ਇਕੱਠਾ ਕਰਨਾ, ਪਾਣੀ ਦੀ ਸਪਲਾਈ, ਗਲੀਆਂ ਅਤੇ ਬਾਜ਼ਾਰਾਂ ਨੂੰ ਸਾਫ਼ ਰੱਖਣ ਵਿੱਚ ਧਿਆਨ ਰੱਖਦਾ ਗਾ, ਉਹ ਕਿਹਦਾ ਕੰਮ ਹੁੰਦਾ ਗਾ?
ਬਲਾਕ, ਗ੍ਰਾਮ ਪੰਚਾਇਤ, ਨਗਰ ਕੌਂਸਲ ਜਾਂ ਨਗਰ ਨਿਗਮ। ਸੋ ਇਹ ਕਿਹਦਾ ਕੰਮ ਹੁੰਦਾ ਗਾ? ਇਹ ਨਗਰ ਕੌਂਸਲ ਦਾ। ਨਗਰ ਨਿਗਮ ਦਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਗ੍ਰਾਮ ਪੰਚਾਇਤ ਕਿੰਨੇ ਸਾਲ ਲਈ ਚੁਣੀ ਜਾਂਦੀ ਹੈਗੀ? 5 ਸਾਲ, 4 ਸਾਲ, 6 ਸਾਲ ਜਾਂ 1 ਸਾਲ। ਸੋ ਗ੍ਰਾਮ ਪੰਚਾਇਤ ਕਿੰਨੇ ਟਾਈਮ ਲਈ ਚੁਣੀ ਜਾਂਦੀ ਹੈਗੀ? ਇਹ ਚੁਣੀ ਜਾਂਦੀ ਹੈਗੀ 5 ਸਾਲ ਲਈ ਚੁਣੀ ਜਾਂਦੀ ਹੈ। ਨੈਕਸਟ, ਗ੍ਰਾਮ ਪੰਚਾਇਤ ਦਾ ਇੱਕ ਸਕੱਤਰ ਹੁੰਦਾ ਜੋ ਕਿ ਸਕੱਤਰ ਹੁੰਦਾ ਗਾ ਜ਼ਿਲ੍ਹੇ ਦਾ ਹੁੰਦਾ ਗਾ, ਗ੍ਰਾਮ ਸਭਾ ਦਾ ਹੁੰਦਾ, ਪਿੰਡ ਦਾ ਹੁੰਦਾ ਜਾਂ ਗ੍ਰਾਮ ਬਲਾਕ ਦਾ ਹੁੰਦਾ ਗਾ। ਸੋ ਜੋ ਸਕੱਤਰ ਹੁੰਦਾ ਮੀਨਜ਼ ਸੈਕਟਰੀ ਹੁੰਦਾ ਗਾ, ਉਹ ਕਿਹਦਾ ਹੁੰਦਾ ਗਾ? ਉਹ ਹੁੰਦਾ ਗਾ ਗ੍ਰਾਮ ਸਭਾ ਦਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਸੂਰਤ ਨੂੰ 1994 ਵਿੱਚ ਪਲੇਗ ਫੈਲ ਗਈ ਸੀਗੀ। ਉਹ ਕਿਉਂ ਫੈਲ ਗਈ ਸੀਗੀ? ਕਿਉਂਕਿ ਇਹ ਸਭ ਤੋਂ ਗੰਦਾ ਸ਼ਹਿਰ ਸੀ, ਇੱਥੇ ਸੰਘਣੀ ਆਬਾਦੀ ਵਾਲਾ ਸ਼ਹਿਰ ਸੀ, ਇਹ ਸਭ ਤੋਂ ਸਾਫ਼ ਸ਼ਹਿਰ ਸੀ ਜਾਂ ਇਹ ਸਿਆਸੀ ਸ਼ਹਿਰ ਸੀਗਾ। ਸੋ ਸੂਰਤ ਦੇ ਵਿੱਚ ਜੋ 1994 ਦੇ ਵਿੱਚ ਪਲੇਗ ਦੀ ਬਿਮਾਰੀ ਫੈਲੀ ਸੀਗੀ, ਇਹ ਸੀਗਾ ਸਭ ਤੋਂ ਗੰਦਾ ਸ਼ਹਿਰ ਉਸ ਸਮੇਂ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਪਲੇਗ ਦੀ ਬਿਮਾਰੀ ਕਿਉਂ ਫੈਲਦੀ ਹੈ? ਜਿੱਥੇ ਗੰਦਗੀ ਜ਼ਿਆਦਾ ਹੋਵੇ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਪੰਚਾਇਤ ਦੇ ਚੁਣੇ ਹੋਏ ਨੁਮਾਇੰਦਿਆਂ 'ਤੇ ਨਜ਼ਰ ਰੱਖਣ ਅਤੇ ਉਹਨਾਂ ਨੂੰ ਚੁਣੇ ਗਏ ਵਿਅਕਤੀਆਂ ਪ੍ਰਤੀ ਜ਼ਿੰਮੇਵਾਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਕੌਣ ਨਿਭਾਉਂਦਾ ਗਾ? ਸੋ ਪੰਚਾਇਤ ਦੇ ਜੋ ਸਾਰੇ ਮੈਂਬਰ ਚੁਣੇ ਜਾਂਦੇ, ਨੁਮਾਇੰਦੇ ਮੀਨਜ਼ ਪੰਚ ਚੁਣੇ ਜਾਂਦੇ ਹੈਗੇ, ਪੰਚ ਸਰਪੰਚ ਚੁਣੇ ਜਾਂਦੇ ਹੈਗੇ, ਉਹਨਾਂ 'ਤੇ ਵਿਅਕਤੀਆਂ 'ਤੇ ਪ੍ਰਤੀ ਜ਼ਿੰਮੇਵਾਰ ਅਤੇ ਭੂਮਿਕਾ ਕੌਣ ਨਿਭਾਉਂਦਾ ਗਾ? ਨਿਗਰਾਨੀ ਰੱਖਣ ਲਈ ਜ਼ਿਲ੍ਹਾ ਪ੍ਰੀਸ਼ਦ, ਜਨਪਦ, ਗ੍ਰਾਮ ਸਭਾ ਜਾਂ ਗ੍ਰਾਮ ਪੰਚਾਇਤ। ਸੋ ਇਹ ਕੌਣ ਰੱਖਦਾ ਗਾ ਨਿਗਾਹ? ਇਹ ਰੱਖਦਾ ਗਾ ਗ੍ਰਾਮ ਸਭਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ, ਹੁਣ ਪਿੰਡਾਂ ਦਾ ਪ੍ਰਸ਼ਾਸਨ, ਇਹਦੇ ਨਾਲ ਰਿਲੇਟਡ ਕੀ ਹੈ? ਪੇਪਰ ਦੇ ਵਿੱਚ MCQs ਪੁੱਛੇ ਜਾਂਦੇ ਹੈਗੇ। ਕੀ ਹੈਗਾ? ਪੁਲਿਸ ਦਾ ਕੰਮ ਕੀ ਹੁੰਦਾ ਗਾ? ਪੁਲਿਸ ਦਾ ਕੰਮ ਕੀ ਹੁੰਦਾ? ਅਪਰਾਧੀ ਨੂੰ ਗ੍ਰਿਫਤਾਰ ਕਰਨਾ ਹੁੰਦਾ, ਅਪਰਾਧੀ ਨੂੰ ਦੰਡ ਦੇਣਾ ਹੁੰਦਾ, ਜ਼ਮੀਨ ਦਾ ਰਿਕਾਰਡ ਰੱਖਣਾ ਹੁੰਦਾ, ਜਾਂ ਇਹ ਸਾਰੇ ਹੁੰਦੇ ਹੈਗੇ ਪੁਲਿਸ ਦੇ ਕੰਮ ਹੁੰਦੇ ਹੈਗੇ। ਪੁਲਿਸ ਦਾ ਕੰਮ ਕੀ ਹੁੰਦਾ ਗਾ? ਅਪਰਾਧੀ ਨੂੰ ਸਿਰਫ ਗ੍ਰਿਫਤਾਰ ਕਰਨਾ ਹੁੰਦਾ ਗਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਪਰਾਧੀ ਨੂੰ ਦੰਡ ਦੇਣਾ ਕਿਹਦਾ ਕੰਮ ਹੁੰਦਾ ਗਾ? ਇਹ ਹੁੰਦਾ ਗਾ ਨਿਆਂਪਾਲਕਾ ਦਾ ਕੰਮ। ਜ਼ਮੀਨ ਦਾ ਰਿਕਾਰਡ ਰੱਖਣ ਦਾ ਕੰਮ ਕਿਹਦਾ ਹੁੰਦਾ ਗਾ? ਇਹ ਹੁੰਦਾ ਗਾ ਪਟਵਾਰੀ ਜਾਂ ਲੇਖਾਕਾਰ ਦਾ ਹੁੰਦਾ ਗਾ ਜਾਂ ਕਾਨੂੰਗੋ ਦਾ ਹੁੰਦਾ ਗਾ। ਨੈਕਸਟ, ਪਿੰਡਾਂ ਦੇ ਲੋਕ ਮੁੱਖ ਰੂਪ ਵਿੱਚ ਕਿਸ ਗਤੀਵਿਧੀ ਨਾਲ ਜੁੜੇ ਹੁੰਦੇ ਹਨ? ਵਪਾਰ ਨਾਲ, ਨੌਕਰੀ ਨਾਲ, ਖੇਤੀਬਾੜੀ ਨਾਲ ਜਾਂ ਉਪਰੋਕਤ ਸਾਰੇ। ਸੋ ਪਿੰਡਾਂ ਦੇ ਲੋਕ ਆਮ ਤੌਰ 'ਤੇ ਤੁਹਾਨੂੰ ਪਤਾ ਹੀ ਹੈ ਕਿਸ ਚੀਜ਼ ਨਾਲ ਜ਼ਿਆਦਾਤਰ ਜੁੜੇ ਹੁੰਦੇ ਹੈਗੇ? ਖੇਤੀਬਾੜੀ ਦੇ ਨਾਲ ਜੁੜੇ ਹੁੰਦੇ ਹੈਗੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ, ਪਟਵਾਰੀ ਦਾ ਮੁੱਖ ਕੰਮ ਕੀ ਹੁੰਦਾ ਗਾ? ਜ਼ਮੀਨ ਮਾਪਣਾ ਅਤੇ ਰਿਕਾਰਡ ਰੱਖਣਾ, ਭੂਮੀ ਕਰ ਇਕੱਠਾ ਕਰਨਾ ਜਾਂ ਇਹ ਦੋਨੋਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਪਟਵਾਰੀ ਦਾ ਕੰਮ ਕੀ ਹੁੰਦਾ ਗਾ? ਜ਼ਮੀਨ ਮਾਪਣਾ ਅਤੇ ਰਿਕਾਰਡ ਰੱਖਣਾ ਅਤੇ ਭੂਮੀ ਕਰ ਇਕੱਠਾ ਕਰਨਾ। ਸੋ ਕੀ ਆ? ਇਹ ਦੋਨੇ ਸਹੀ ਆ। ਸੋ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ, ਹੇਠ ਲਿਖਿਆਂ ਵਿੱਚੋਂ ਤਹਿਸੀਲਦਾਰ ਦਾ ਕੰਮ ਕੀ ਹੁੰਦਾ ਗਾ? ਤਹਿਸੀਲਦਾਰ ਦਾ ਕੀ ਕੰਮ ਹੁੰਦਾ ਗਾ? ਜਾਤੀ ਪ੍ਰਮਾਣ ਪੱਤਰ ਜਾਰੀ ਕਰਨਾ, ਅਪਰਾਧੀ ਨੂੰ ਦੰਡ ਦੇਣਾ, ਸੜਕਾਂ ਅਤੇ ਗਲੀਆਂ ਬਣਾਉਣੀਆਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਤਹਿਸੀਲਦਾਰ ਦਾ ਕੰਮ ਹੁੰਦਾ ਗਾ ਜਾਤੀ ਪ੍ਰਮਾਣ ਪੱਤਰ ਜਾਰੀ ਕਰਨਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈਗੀ? ਤਹਿਸੀਲਦਾਰ ਦੀ, ਪਟਵਾਰੀ ਦੀ, ਕਾਨੂੰਗੋ ਦੀ ਜਾਂ ਪੁਲਿਸ ਦੀ। ਸੋ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਹੁੰਦੀ ਹੈਗੀ ਪੁਲਿਸ ਦੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਪਟਵਾਰੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈਗਾ? ਲੇਖਾਪਾਲ, ਥਾਣੇਦਾਰ, ਤਹਿਸੀਲਦਾਰ ਜਾਂ ਉਪਰੋਕਤ ਸਾਰੇ। ਸੋ ਪਟਵਾਰੀ ਨੂੰ ਹੋਰ ਜਾਣਿਆ ਜਾਂਦਾ ਹੈਗਾ ਲੇਖਾਪਾਲ ਦੇ ਨਾਮ ਨਾਲ। ਨੈਕਸਟ, ਲੋਹੇ ਦੀ ਜੰਜੀਰ ਜਿਸ ਨਾਲ ਖੇਤ ਨੂੰ ਮਾਪਿਆ ਜਾਂਦਾ ਉਸ ਨੂੰ ਕੀ ਕਹਿੰਦੇ ਹੈਗੇ? ਲੱਠਾ, ਜੰਜੀਰ, ਜਰੀਬ ਜਾਂ ਗੱਠਾ। ਸੋ ਲੋਹੇ ਦੀ ਜੰਜੀਰ ਨਾਲ ਜਿਸ ਨੂੰ ਖੇਤ ਨੂੰ ਮਾਪਿਆ ਜਾਂਦਾ ਉਸ ਨੂੰ ਕੀ ਬੋਲਿਆ ਜਾਂਦਾ ਹੈਗਾ? ਜਰੀਬ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ, ਭਾਰਤ ਦੇ ਸਾਰੇ ਰਾਜਾਂ ਨੂੰ ਵਿਭਾਜਿਤ ਕੀਤਾ ਜਾਂਦਾ ਹੈਗਾ ਸ਼ਹਿਰਾਂ ਵਿੱਚ, ਜ਼ਿਲ੍ਹਿਆਂ ਵਿੱਚ, ਗ੍ਰਾਮਾਂ ਵਿੱਚ ਜਾਂ ਉਪਰੋਕਤ ਸਾਰੇ। ਸੋ ਭਾਰਤ ਦੇ ਰਾਜਾਂ ਨੂੰ ਕਾਹਦੇ ਵਿੱਚ ਕੀਤਾ ਜਾਂਦਾ ਹੈਗਾ? ਜ਼ਿਲ੍ਹਿਆਂ ਵਿੱਚ ਵਿਭਾਜਿਤ ਕੀਤਾ ਜਾਂਦਾ ਹੈਗਾ। ਸੋ ਆਪਸ਼ਨ ਬੀ ਆ ਕੀ ਆ ਉੱਤਰ ਸਹੀ ਆਪਣਾ ਉੱਤਰ ਬਣ ਜੂਗਾ। ਰਾਜਾਂ ਨੂੰ ਕਿਹੜੇ ਵਿੱਚ ਕੀਤਾ ਜਾਂਦਾ? ਜ਼ਿਲ੍ਹਿਆਂ ਵਿੱਚ, ਜ਼ਿਲ੍ਹਿਆਂ ਨੂੰ ਤਹਿਸੀਲਾਂ ਵਿੱਚ ਅਤੇ ਤਹਿਸੀਲਾਂ ਨੂੰ ਬਲਾਕਾਂ ਵਿੱਚ ਅਤੇ ਬਲਾਕਾਂ ਨੂੰ ਪਿੰਡਾਂ ਵਿੱਚ। ਨੈਕਸਟ, ਜ਼ਮੀਨ ਨਾਲ ਜੁੜੇ ਵਿਵਾਦ ਦੇ ਮਾਮਲੇ ਕਿੱਥੇ ਸੁਣੇ ਜਾਂਦੇ ਹੈਗੇ?
ਤਹਿਸੀਲਦਾਰ ਦੇ ਦਫ਼ਤਰ ਵਿੱਚ, ਪੁਲਿਸ ਥਾਣੇ ਵਿੱਚ, ਪੰਚਾਇਤ ਕੋਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਜ਼ਮੀਨ ਨਾਲ ਜੋ ਜੁੜੇ ਮਾਮਲੇ ਉਹ ਕਿੱਥੇ ਸੁਣੇ ਜਾਂਦੇ ਆ? ਤਹਿਸੀਲਦਾਰ ਦੇ ਦਫ਼ਤਰ ਵਿੱਚ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਹਿੰਦੂ ਉੱਤਰਾਧਿਕਾਰੀ ਸੰਸ਼ੋਧਨ ਕਿਸ ਸਾਲ ਪੇਸ਼ ਕੀਤਾ ਗਿਆ ਸੀਗਾ? ਸੋ ਹਿੰਦੂ ਉੱਤਰਾਧਿਕਾਰੀ ਜੋ ਸੰਸ਼ੋਧਨ ਸੀਗਾ ਇਹ ਕਿਸ ਸਾਲ ਪਾਸ ਕੀਤਾ ਗਿਆ ਸੀਗਾ? 2002, 3, 4 ਜਾਂ 5। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਹਿੰਦੂ ਅਧਿਨਿਯਮ ਐਕਟ 2005 ਦੁਆਰਾ ਪਿਤਾ ਦੀ ਮੌਤ ਤੋਂ ਬਾਅਦ ਜ਼ਮੀਨ ਵਿੱਚ ਬਰਾਬਰ ਹਿੱਸਾ ਕਿਸ ਨੂੰ ਮਿਲਦਾ ਸੀਗਾ? ਮੁੰਡਿਆਂ ਨੂੰ, ਕੁੜੀਆਂ ਨੂੰ, ਪਤਨੀ ਨੂੰ ਜਾਂ ਉਪਰੋਕਤ ਸਾਰੇ। ਸੋ ਇਹਨਾਂ ਦੀ ਜੇਕਰ ਇਸ ਅਧਿਨਿਯਮ ਐਕਟ ਦੇ ਅਕੋਰਡਿੰਗ ਜੇਕਰ ਪਿਤਾ ਦੀ ਮੌਤ ਹੋ ਜਾਂਦੀ ਸੀ ਉਹ ਜ਼ਮੀਨ ਦੇ ਵਿੱਚ ਹਿੱਸਾ ਮਿਲਦਾ ਸੀਗਾ। ਮੁੰਡਿਆਂ ਨੂੰ ਵੀ ਮਿਲਦਾ ਸੀ, ਕੁੜੀਆਂ ਨੂੰ ਵੀ ਅਤੇ ਪਤਨੀ ਨੂੰ ਵੀ, ਤਿੰਨਾਂ ਨੂੰ ਕੀ ਹੈਗਾ ਬਰਾਬਰ ਹਿੱਸਾ ਮਿਲਦਾ ਗਾ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਹੇਠ ਲਿਖਿਆਂ ਵਿੱਚੋਂ ਜ਼ਿਲ੍ਹੇ ਦੀ ਸਭ ਤੋਂ ਛੋਟੀ ਪ੍ਰਸ਼ਾਸਨਿਕ ਇਕਾਈ ਕਿਹੜੀ ਹੁੰਦੀ ਹੈਗੀ? ਪ੍ਰਾਂਤ ਤਾਂ ਹੋ ਹੀ ਨਹੀਂ ਸਕਦੀ ਕਿਉਂਕਿ ਪ੍ਰਾਂਤ ਮੀਨਜ਼ ਸਟੇਟ ਹੋ ਗਈ। ਤਹਿਸੀਲ, ਜ਼ਿਲ੍ਹਾ, ਉਪਰੋਕਤ ਸਾਰੇ। ਸੋ ਜ਼ਿਲ੍ਹੇ ਦੀ ਸਭ ਤੋਂ ਛੋਟੀ ਪ੍ਰਸ਼ਾਸਨਿਕ ਇਕਾਈ ਕਿਹੜੀ ਹੁੰਦੀ ਹੈਗੀ? ਤਹਿਸੀਲ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਰਾਸ਼ਨ ਕਾਰਡ ਕਿੱਥੇ ਬਣਦੇ ਹੈਗੇ? ਤਹਿਸੀਲ ਦੇ ਦਫ਼ਤਰ 'ਚ, ਦੁਕਾਨਾਂ 'ਤੇ, ਪੁਲਿਸ ਸਟੇਸ਼ਨਾਂ 'ਤੇ ਜਾਂ ਸਾਰਿਆਂ ਤਿੰਨਾਂ ਦਫ਼ਤਰਾਂ 'ਚ? ਨਹੀਂ, ਰਾਸ਼ਨ ਕਾਰਡ ਕਿੱਥੇ ਬਣਦੇ? ਇਹ ਬਣਦਾ ਹੈਗਾ ਤਹਿਸੀਲ ਦੇ ਦਫ਼ਤਰ ਵਿੱਚ। ਨੈਕਸਟ, ਛੋਟੇ ਸ਼ਹਿਰਾਂ ਵਿੱਚ ਨਗਰ ਨਿਗਮ ਨੂੰ ਕੀ ਕਿਹਾ ਜਾਂਦਾ ਹੈਗਾ? ਨਗਰ ਪ੍ਰੀਸ਼ਦ, ਤਹਿਸੀਲ, ਗ੍ਰਾਮ ਪੰਚਾਇਤ ਜਾਂ ਪੰਚਾਇਤ ਸਮਿਤੀ। ਸੋ ਛੋਟੇ ਸ਼ਹਿਰ ਹੈਗੇ ਉਹਨਾਂ ਵਿੱਚ ਨਗਰ ਨਿਗਮ ਨੂੰ ਕੀ ਕਿਹਾ ਜਾਂਦਾ ਹੈਗਾ? ਨਗਰ ਪ੍ਰੀਸ਼ਦ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਨਗਰ ਨਿਗਮ ਜਾਂ ਪ੍ਰੀਸ਼ਦ ਦੇ ਮੈਂਬਰ ਕਿੰਨੇ ਸਾਲ ਲਈ ਚੁਣਿਆ ਜਾਂਦਾ ਹੈ? 5 ਸਾਲ, 4 ਸਾਲ, 6 ਸਾਲ ਜਾਂ 3 ਸਾਲ। ਸੋ ਨਗਰ ਨਿਗਮ ਜਾਂ ਪ੍ਰੀਸ਼ਦ ਦੇ ਮੈਂਬਰ ਚੁਣੇ ਜਾਂਦੇ ਹੈਗੇ 5 ਸਾਲ ਲਈ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਨਗਰਪਾਲਿਕਾ ਜਾਂ ਕਿੱਥੇ ਪ੍ਰਸ਼ਾਸਨ ਹੁੰਦਾ? ਨਗਰਪਾਲਿਕਾ ਕਿੱਥੇ ਪ੍ਰਸ਼ਾਸਨ ਹੁੰਦਾ ਗਾ? ਵੱਡੇ ਸ਼ਹਿਰਾਂ 'ਚ, ਛੋਟੇ ਕਸਬਿਆਂ 'ਚ, ਪਿੰਡਾਂ 'ਚ ਜਾਂ ਰਾਜਾਂ ਦੇ ਵਿੱਚ। ਸੋ ਨਗਰਪਾਲਿਕਾ ਇਹ ਕਿੱਥੇ ਹੁੰਦੀ ਹੈ? ਛੋਟੇ ਕਸਬਿਆਂ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਵੱਡੇ ਵੱਡੇ ਨਗਰ ਜਿਵੇਂ ਦਿੱਲੀ ਵਿੱਚ ਨਗਰ ਪ੍ਰਸ਼ਾਸਨ ਚਲਾਉਣ ਵਾਲੀ ਸਭਾ ਨੂੰ ਕੀ ਕਹਿੰਦੇ ਹੈਗੇ? ਗ੍ਰਾਮ ਪੰਚਾਇਤ, ਨਗਰਪਾਲਿਕਾ, ਨਗਰ ਪ੍ਰੀਸ਼ਦ ਜਾਂ ਨਗਰ ਨਿਗਮ। ਸੋ ਇਹਦਾ ਕੀ ਉੱਤਰ ਬਣ ਜੂ? ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਜਿਵੇਂ ਆਪਣੇ ਕਿੱਥੇ ਕਿੱਥੇ ਹੈਗਾ? ਲੁਧਿਆਣੇ, ਪਟਿਆਲਾ, ਬਠਿੰਡਾ, ਜਲੰਧਰ, ਅੰਮ੍ਰਿਤਸਰ, ਇਹ ਕੀ ਹੈਗਾ ਨਗਰ ਨਿਗਮ ਦੇ ਅਕੋਰਡਿੰਗ ਆਉਂਦੇ ਹੈਗੇ। ਨੈਕਸਟ, ਭਾਰਤ ਦਾ ਦੂਸਰਾ ਸਭ ਤੋਂ ਸਾਫ਼ ਸਿਟੀ ਕਿਹੜਾ ਹੈਗਾ? ਚੰਡੀਗੜ੍ਹ, ਸੂਰਤ, ਭੋਪਾਲ ਜਾਂ ਦਿੱਲੀ। ਸੋ ਪਹਿਲਾ ਕਿਹੜਾ ਹੈਗਾ? ਚੰਡੀਗੜ੍ਹ। ਦੂਜਾ ਕਿਹੜਾ ਹੈਗਾ? ਇਹ ਹੈਗਾ ਸੂਰਤ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। 1994 ਦੇ ਵਿੱਚ ਕੀ ਸੀਗਾ? ਇਹ ਸਭ ਤੋਂ ਗੰਦਾ ਸ਼ਹਿਰ ਸੀਗਾ। ਫਿਰ ਇਸ 'ਤੇ ਉੱਪਰ ਉਦੋਂ ਕੀ ਫੈਲ ਗਈ ਸੀ? ਉੱਥੇ ਪਲੇਗ ਦੀ ਬਿਮਾਰੀ ਫੈਲ ਗਈ ਸੀ। ਪਰ ਹੁਣ ਕੀ ਆ ਕਰੰਟ ਦੇ ਵਿੱਚ ਸਭ ਤੋਂ ਸਾਫ਼ ਸਿਟੀ ਕਿਹੜੀ ਹੈਗੀ? ਸੂਰਤ ਹੀ ਹੈਗੀ ਆ ਦੂਜੇ ਨੰਬਰ 'ਤੇ। ਪਹਿਲੀ ਕਿਹੜੀ ਹੈਗੀ? ਚੰਡੀਗੜ੍ਹ। ਨੈਕਸਟ, ਸ਼ਹਿਰਾਂ ਨਾਲ ਸੰਬੰਧਿਤ ਵੀ ਸ਼ਹਿਰਾਂ ਨਾਲ ਸੰਬੰਧਿਤ ਕੀ ਕੀ ਹੈ? ਸ਼ਹਿਰਾਂ ਦੇ ਵਿੱਚ ਕੀ ਨਗਰ ਸਭਾ ਹੁੰਦੀ ਹੈ, ਨਗਰ ਪੰਚਾਇਤ ਜਾਂ ਗ੍ਰਾਮ ਸਭਾ। ਕਿਹੜੀ ਕਿਹੜੀ ਹੁੰਦੀ ਹੈ? ਆਪਸ਼ਨ ਡੀ ਬਣੂ ਆਪਣੇ ਇਹਦੇ ਵਿੱਚ ਸਹੀ ਉੱਤਰ। ਪਹਿਲਾਂ ਕੀ ਹੋਊਗੀ? ਨਗਰ ਪੰਚਾਇਤ, ਨਗਰ ਪਾਲਿਕਾ ਅਤੇ ਨਗਰ ਨਿਗਮ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਸ ਰਾਜ ਵਿੱਚ ਗਰੀਬੀ ਦਾ ਅਨੁਪਾਤ ਸਭ ਤੋਂ ਜ਼ਿਆਦਾ? ਗਰੀਬੀ ਦਾ ਰੇਸ਼ੋ ਸਭ ਤੋਂ ਜ਼ਿਆਦਾ ਕਿੱਥੇ ਹੈ? ਪੰਜਾਬ, ਬਿਹਾਰ, ਤਾਮਿਲਨਾਡੂ ਜਾਂ ਉੜੀਸਾ ਦੇ ਵਿੱਚ। ਸੋ ਗਰੀਬੀ ਦੀ ਰੇਸ਼ੋ ਸਭ ਤੋਂ ਜ਼ਿਆਦਾ ਕਿੱਥੇ ਹੈਗੀ? ਬਿਹਾਰ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਕਰਨਾਟਕ ਅਤੇ ਤਾਮਿਲਨਾਡੂ ਦੇ ਵਿਚਕਾਰ ਕਿਸ ਨਦੀ ਨੂੰ ਲੈ ਕੇ ਵਿਵਾਦ ਹੈਗਾ? ਯਮੁਨਾ ਨਦੀ, ਗੰਗਾ, ਮਹਾਨਦੀ ਜਾਂ ਕਾਵੇਰੀ ਨਦੀ। ਸੋ ਕਰਨਾਟਕ ਅਤੇ ਤਾਮਿਲਨਾਡੂ ਦੇ ਵਿੱਚ ਜੋ ਵਿਵਾਦ ਹੈਗਾ ਉਹ ਹੈਗਾ ਕਾਵੇਰੀ ਨਦੀ ਨੂੰ ਲੈ ਕੇ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਕਰਨਾਟਕ ਦੁਆਰਾ ਸਿੰਚਾਈ ਲਈ ਕਿਸ ਡੈਮ 'ਤੇ ਪਾਣੀ ਦਾ ਉਪਯੋਗ ਕੀਤਾ ਜਾਂਦਾ ਹੈਗਾ? ਕ੍ਰਿਸ਼ਨਾ ਸਾਗਰ ਡੈਮ, ਹੀਰਾਕੁੰਡ ਡੈਮ, ਮੈਟੂਰ ਡੈਮ ਜਾਂ ਭਾਖੜਾ ਨੰਗਲ ਡੈਮ। ਸੋ ਕਰਨਾਟਕਾ ਦੇ ਵਿੱਚ ਜੋ ਡੈਮ ਹੈਗਾ ਉਹ ਕਿਹੜਾ ਹੈਗਾ? ਕ੍ਰਿਸ਼ਨਾ ਸਾਗਰ ਡੈਮ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਤਾਮਿਲਨਾਡੂ ਦੇ ਵਿੱਚ ਕਿਹੜਾ ਡੈਮ ਹੈਗਾ? ਇਹ ਹੈਗਾ ਮੈਟੂਰ ਡੈਮ। ਕ੍ਰਿਸ਼ਨਾ ਸਾਗਰ ਡੈਮ ਕਰਨਾਟਕਾ ਦੇ ਵਿੱਚ, ਮੈਟੂਰ ਡੈਮ ਹੈ ਇਹ ਤਾਮਿਲਨਾਡੂ ਦੇ ਵਿੱਚ। ਨੈਕਸਟ,
ਤਾਮਿਲਨਾਡੂ ਦੇ ਵਿੱਚ ਮੈਟੂਰ ਡੈਮ ਕਿਸ ਨਦੀ ਦੇ ਉੱਪਰ ਬਣਿਆ ਹੋਇਆ? ਮਹਾਨਦੀ, ਕਾਵੇਰੀ ਨਦੀ, ਬ੍ਰਹਮਪੁੱਤਰ ਜਾਂ ਕੋਸੀ ਨਦੀ। ਸੋ ਤਾਮਿਲਨਾਡੂ ਦੇ ਵਿੱਚ ਜੋ ਮੈਟੂਰ ਡੈਮ ਉਹ ਕਿਹੜੀ ਨਦੀ 'ਤੇ ਹੈਗਾ? ਕਾਵੇਰੀ ਨਦੀ 'ਤੇ ਹੈਗਾ। ਹੁਣ ਇਹ ਕਰਨਾਟਕ ਅਤੇ ਤਾਮਿਲਨਾਡੂ ਦੇ ਵਿੱਚ ਵਿਵਾਦ ਕਾਵੇਰੀ ਨਦੀ ਨੂੰ ਲੈ ਕੇ ਕਿਉਂ ਹੈਗਾ? ਕਿਉਂਕਿ ਕਰਨਾਟਕ ਕੀ ਹੈਗਾ, ਤੁਸੀਂ ਭਾਰਤ ਦਾ ਨਕਸ਼ਾ ਸਾਰਿਆਂ ਨੇ ਦੇਖਿਆ ਹੀ ਹੈਗਾ। ਕਰਨਾਟਕ ਕੀ ਹੈਗਾ, ਸਟੇਟ ਉੱਪਰ ਆ, ਤਾਮਿਲਨਾਡੂ ਸਟੇਟ ਕੀ ਹੈਗਾ, ਨੀਚੇ ਹੈਗੀ। ਸੋ ਜੋ ਕਰਨਾਟਕਾ ਦਾ ਡੈਮ ਹੈਗਾ, ਕ੍ਰਿਸ਼ਨਾ ਸਾਗਰ ਡੈਮ ਹੈਗਾ, ਉਹ ਕਾਵੇਰੀ ਨਦੀ ਦੇ ਉੱਪਰਲੇ ਹਿੱਸੇ 'ਤੇ ਬਣਿਆ ਹੋਇਆ ਹੈਗਾ। ਸੋ ਜੋ ਮੈਟੂਰ ਡੈਮ ਆ ਤਾਮਿਲਨਾਡੂ ਦਾ, ਉਹ ਕਿੱਥੇ ਹੈਗਾ? ਨਿਚਲੇ ਹਿੱਸੇ 'ਤੇ ਬਣਿਆ ਹੋਇਆ ਹੈਗਾ। ਇਹ ਕੀ ਹੈਗਾ, ਕਰਨਾਟਕ ਜਦੋਂ ਆਪਣੇ ਇਹ ਦੋਨੇ ਡੈਮ ਇੱਕ ਨਦੀ 'ਤੇ ਬਣੇ ਹੋਏ ਹੈਗੇ। ਸੋ ਕੀ ਹੈਗਾ, ਕਰਨਾਟਕ ਆਪਣੇ ਜੋ ਸਟੇਟ ਦੇ ਵਿੱਚ ਜਦੋਂ ਪਾਣੀ ਦੀ ਪੂਰਤੀ ਹੋ ਜਾਂਦੀ ਸੀ ਉਦੋਂ ਤਾਮਿਲਨਾਡੂ ਨੂੰ ਪਾਣੀ ਛੱਡਦਾ ਸੀਗਾ, ਮਰਜ਼ੀ ਦੇ ਅਨੁਸਾਰ ਪਾਣੀ ਛੱਡਦਾ ਸੀਗਾ। ਸੋ ਇਸ ਕਰਕੇ ਨਾ ਦੋਨਾਂ ਦੇ ਵਿੱਚ ਵਿਵਾਦ ਬਣਿਆ ਰਹਿੰਦਾ ਸੀਗਾ, ਬਹੁਤ ਟਾਈਮ ਤੋਂ ਇਹ ਵਿਵਾਦ ਬਣਿਆ ਰਹਿੰਦਾ ਸੀਗਾ। ਸੁਪਰੀਮ ਕੋਰਟ ਇਸ 'ਤੇ ਬਹੁਤ ਸਰਕਾਰਾਂ ਦੇ ਵੀ ਬਿਆਨ ਆਏ ਸੀਗੇ, ਸੁਪਰੀਮ ਕੋਰਟ ਨੇ ਵੀ ਇਸ ਦੇ ਉੱਪਰ ਬਿਆਨ ਕੀਤਾ ਸੀਗਾ ਵੀ ਕਾਵੇਰੀ ਨਦੀ ਦਾ ਜੋ ਕਰਨਾਟਕਾ ਨੂੰ ਤਾਮਿਲਨਾਡੂ ਨੂੰ ਪਾਣੀ ਦੇਣਾ ਪੈਣਾ ਗਾ। ਸੋ ਇਹ ਵਿਵਾਦ ਸੀਗਾ ਕਾਵੇਰੀ ਨਦੀ ਨੂੰ ਲੈ ਕੇ ਕਰਨਾਟਕ ਅਤੇ ਤਾਮਿਲਨਾਡੂ ਦੇ ਵਿੱਚ, ਜਿਵੇਂ ਕਿ ਪੰਜਾਬ ਅਤੇ ਹਰਿਆਣੇ ਦਾ SYL ਸਤਲੁਜ ਜਮਨਾ ਲਿੰਕ ਨੂੰ ਲੈ ਕੇ ਹੈਗਾ, ਉਸੇ ਤਰ੍ਹਾਂ ਕਰਨਾਟਕ ਅਤੇ ਤਾਮਿਲਨਾਡੂ ਦਾ ਕਾਵੇਰੀ ਨਦੀ ਨੂੰ ਲੈ ਕੇ ਵਿਵਾਦ ਸੀਗਾ, ਪਾਣੀ ਨੂੰ ਲੈ ਕੇ। ਨੈਕਸਟ ਕੀ ਹੈਗਾ? ਵਿਭਿੰਨਤਾ, ਜਿਹਨੂੰ ਆਪਾਂ ਬੋਲਦੇ ਹਾਂਗੇ ਡਾਇਵਰਸਿਟੀ। ਇਸ ਨਾਲ ਰਿਲੇਟਡ ਵੀ ਪੇਪਰ ਦੇ ਵਿੱਚ ਕੀ ਹੈਗਾ ਪੁੱਛਿਆ ਜਾਂਦਾ ਹੈਗਾ, ਡਾਇਵਰਸਿਟੀ ਜਾਂ ਵਿਭਿੰਨਤਾ ਹੁੰਦੀ ਕੀ ਹੈਗੀ? ਵਿਭਿੰਨਤਾ ਮੀਨਜ਼ ਕੀ ਹੈਗਾ? ਖਾਣ ਪੀਣ ਦੇ ਵਿੱਚ, ਪਹਿਰਾਵੇ ਦੇ ਵਿੱਚ ਹੋ ਸਕਦੀ ਹੈਗੀ, ਧਰਮ ਦੇ ਵਿੱਚ ਹੋ ਸਕਦੀ ਹੈ, ਭਾਸ਼ਾ ਦੇ ਵਿੱਚ ਕੀ ਆ ਦੇ ਵਿੱਚ ਵਿਭਿੰਨਤਾ ਹੋ ਸਕਦੀ ਹੈਗੀ। ਖਾਣ ਪੀਣ ਦੇ ਵਿੱਚ ਜਿਵੇਂ ਕਿ ਪੰਜਾਬ ਦਾ ਅਲੱਗ ਖਾਣ ਪੀਣ ਅਲੱਗ ਆ, ਹਿਮਾਚਲ ਦਾ ਸਟੇਟ ਦਾ ਕਹਿ ਲਓ ਅਲੱਗ ਆ, ਹਰ ਇੱਕ ਸਟੇਟ ਦਾ ਕੀ ਹੈਗਾ ਆਪਣਾ ਆਪਣਾ ਕੀ ਹੈਗਾ ਖਾਣ ਪੀਣ ਹੈਗਾ। ਪਹਿਰਾਵੇ ਦੇ ਵਿੱਚ ਵੀ ਕੀ ਹੈਗਾ, ਇਹ ਹੋ ਸਕਦੀ ਹੈ ਕਿ ਪੰਜਾਬ ਦਾ ਪਹਿਰਾਵਾ ਅਲੱਗ ਹੈਗਾ, ਹਿਮਾਚਲ ਦਾ ਪਹਿਰਾਵਾ ਅਲੱਗ ਹੈਗਾ, ਕਰਨਾਟਕਾ ਦਾ ਪਹਿਰਾਵਾ ਅਲੱਗ ਆ, ਹਰ ਇੱਕ ਸਟੇਟ ਦਾ ਕੀ ਆਪਣਾ ਆਪਣਾ ਕੀ ਇੱਕ ਪਹਿਰਾਵਾ ਗਾ। ਭਾਸ਼ਾ ਵੀ ਅਲੱਗ ਅਲੱਗ ਹੁੰਦੀ ਹੈਗੀ। ਧਰਮ ਦੇ ਵਿੱਚ ਵੀ ਜਿਵੇਂ ਕਿ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਜ਼ਿਆਦਾ ਹੈਗੀ, ਹਿਮਾਚਲ ਦੇ ਵਿੱਚ ਉੱਥੋਂ ਦੀ ਕਮਿਊਨਿਟੀ ਜਿਹੜੇ ਉੱਥੋਂ ਦਾ ਧਰਮ ਹੈਗਾ ਉੱਥੋਂ ਦੀ ਕਮਿਊਨਿਟੀ ਜ਼ਿਆਦਾ ਹੈਗੀ। ਸਾਰੇ ਕੀ ਹੈਗਾ ਅਲੱਗ ਅਲੱਗ ਸਟੇਟਾਂ ਦੀ ਆਪਣੀ ਆਪਣੀ ਕਮਿਊਨਿਟੀ ਜ਼ਿਆਦਾ ਹੈਗੀ। ਸੋ ਇਸ ਨਾਲ ਕੀ ਹੈਗਾ ਇੱਕ ਭਿੰਨਤਾ ਪਾਈ ਜਾਂਦੀ ਹੈਗੀ। ਜੇਕਰ ਭਿੰਨਤਾ ਪਾਈ ਜਾਂਦੀ ਹੈਗੀ ਤਾਂ ਗੈਰ ਬਰਾਬਰੀ ਜਾਂ ਅਸਮਾਨਤਾ ਵੀ ਹੋਊਗੀ। ਸੋ ਉਹ ਕਿਉਂ ਹੁੰਦੀ ਹੈਗੀ? ਜਿਸ ਦੇ ਕੋਲ ਸਭ ਕੁਝ ਹੋਣਾ, ਜਿਵੇਂ ਕਿ ਧਨ ਜ਼ਮੀਨ, ਕਿਸੇ ਦੇ ਕੋਲ ਸਭ ਕੁਝ ਨਾ ਹੋਣਾ, ਇਹ ਕੀ ਹੈਗਾ ਗਰੀਬੀ, ਜਾਤੀ ਵਿਵਸਥਾ ਆਦਿ ਨਾਲ ਅਸਮਾਨਤਾ ਜਾਂ ਗੈਰ ਬਰਾਬਰੀ ਦੀਆਂ ਉਦਾਹਰਨਾਂ ਹਨ। ਇਹਨਾਂ ਨਾਲ ਕੀ ਹੈਗਾ ਅਸਮਾਨਤਾਵਾਂ ਪੈਦਾ ਹੁੰਦੀਆਂ ਹਨ। ਮੀਨਜ਼ ਮਤਲਬ ਕਿ ਕੀ ਹੈਗਾ, ਜਿਹਦੇ ਕੋਲ ਸਭ ਕੁਝ ਹੈਗਾ ਗਾ ਉਹ ਕੀ ਹੈਗਾ ਅਤੇ ਜਿਹਦੇ ਕੋਲ ਸਭ ਕੁਝ ਨਹੀਂ ਹੈਗਾ ਗਾ, ਮਤਲਬ ਕਿ ਇੱਕ ਬੰਦਾ ਅਮੀਰ ਹੈਗਾ ਇੱਕ ਬੰਦਾ ਗਰੀਬ ਆ, ਇਸ ਨਾਲ ਵੀ ਕੀ ਹੈਗਾ ਇੱਕ ਗੈਰ ਬਰਾਬਰੀ ਦਾ ਹਿੱਸਾ ਬਣਦਾ, ਅਸਮਾਨਤਾਵਾਂ ਪੈਦਾ ਹੁੰਦੀਆਂ ਹਨ। ਜਾਤੀ ਵਿਵਸਥਾ ਕਰਕੇ ਬਹੁਤ ਹੁੰਦੀਆਂ ਹਨ। ਜਾਤੀ ਵਿਵਸਥਾ ਕਰਕੇ ਕਿਵੇਂ ਹੁੰਦੀਆਂ ਹੈਗੀਆਂ ਕਿ ਜਿਵੇਂ ਕਿ ਕੋਈ ਜਿਸ ਜਾਤੀ ਦੇ ਵਿੱਚ ਕਿਸੇ ਨੇ ਜਨਮ ਲੈ ਲਿਆ ਉਹਨੂੰ ਕੀ ਹੈਗਾ ਉਹੀ ਕੰਮ ਕਰਨਾ ਪਊਗਾ। ਪਹਿਲਾਂ ਵਾਲੇ ਸਮੇਂ ਦੇ ਵਿੱਚ ਇਹੀ ਹੁੰਦਾ ਸੀਗਾ। ਮੰਨ ਕੇ ਚੱਲੋ ਜਿਵੇਂ ਕਿ ਕੋਈ ਲੁਹਾਰ ਦੇ ਘਰ ਕਿਸੇ ਬੱਚੇ ਨੇ ਜਨਮ ਲੈ ਲਿਆ ਤਾਂ ਉਸ ਦੇ ਜਵਾਕ ਨੂੰ ਕੀ ਕਰਨਾ ਪਊਗਾ? ਲੁਹਾਰ ਦਾ ਹੀ ਕੰਮ ਕਰਨਾ ਪਊਗਾ। ਚਾਹੇ ਉਹ ਜਵਾਕ ਮੈਂਟਲੀ ਪੂਰਾ ਇੰਟੈਲੀਜੈਂਟ ਹੋਵੇ, ਉਹ ਕੁਝ ਵੀ ਕਰ ਸਕਦਾ ਹੋਵੇ, ਪਰ ਉਸ ਨੂੰ ਕੀ ਸੀਗਾ ਸਿਰਫ ਲੁਹਾਰ ਦਾ ਕੰਮ ਹੀ ਕਰਨਾ ਪੈਂਦਾ ਸੀਗਾ। ਇਸ ਨਾਲ ਕੀ ਸੀਗਾ ਉਦੋਂ ਪਹਿਲਾਂ ਅਸਮਾਨਤਾਵਾਂ ਪੈਦਾ ਹੁੰਦੀਆਂ ਗਈਆਂ। ਸੋ ਇਸ ਨਾਲ ਕੀ ਗੈਰ ਬਰਾਬਰੀ ਦੇ ਜੋ ਕਿ ਸੀਗਾ ਜ਼ਿਆਦਾ ਵੱਧਦੇ ਗਏ। ਸੋ ਇਸ ਨਾਲ ਕੀ ਸੀਗਾ ਜਿਵੇਂ ਕਿ ਹੁਣ ਮੰਨ ਕੇ ਚੱਲੋ ਹਰ ਇੱਕ ਸਟੇਟ ਦਾ ਅਲੱਗ ਅਲੱਗ ਹੁੰਦਾ ਗਾ, ਉਸ ਨਾਲ ਵੀ ਕੀ ਹੈਗਾ ਇੱਕ ਅਸਮਾਨਤਾਵਾਂ ਪੈਦਾ ਹੁੰਦੀਆਂ ਗਈਆਂ। ਸੋ ਭਿੰਨਤਾ ਨਾਲ ਅਲੱਗ ਅਲੱਗ ਚੀਜ਼ਾਂ ਬਾਰੇ ਸਾਨੂੰ ਕੀ ਹੈ ਜਾਣਕਾਰੀ ਮਿਲਦੀ ਹੈਗੀ। ਭਾਰਤ ਵਿੱਚ ਭਿੰਨਤਾ, ਹੁਣ ਭਾਰਤ ਦੇ ਵਿੱਚ ਕਿਉਂ ਭਿੰਨਤਾ ਪਾਈ ਜਾਂਦੀ ਹੈਗੀ? ਭਾਰਤ ਇੱਕ ਭਿੰਨਤਾਵਾਂ ਵਾਲਾ ਦੇਸ਼ ਹੈ। ਇੱਥੇ ਹਰ ਇੱਕ ਰਾਜ ਦਾ ਆਪਣਾ ਆਪਣਾ ਖਾਣ ਪੀਣ ਹੈ, ਪਹਿਰਾਵਾ, ਭਾਸ਼ਾ ਅਤੇ ਤਿਉਹਾਰ ਅਲੱਗ ਅਲੱਗ ਹਨ। ਪੁਰਾਣੇ ਸਮੇਂ ਵਿੱਚ ਕੀ ਸੀਗਾ, ਲੋਕ ਆਪਣੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਂਦੇ ਸਨ ਕੰਮਾਂ ਕਾਰਾਂ ਲਈ। ਸੋ ਇਸ ਨਵੀਂ ਜਗ੍ਹਾ 'ਤੇ ਜਾ ਕੇ ਵੱਸਦੇ ਸਨ ਅਤੇ ਉਸ ਉੱਥੇ ਕੀ ਇੱਕ ਨਵੀਂ ਮਿਸ਼ਰਤ ਭਿੰਨਤਾ ਉੱਭਰਦੀ ਸੀਗੀ, ਮਿੰਜ ਜਾਂ ਕਹਿ ਲਓ ਪੈਦਾ ਹੁੰਦੀ ਸੀਗੀ।
ਸੋ ਕਿਸੇ ਵੀ ਏਰੀਏ ਦੀ ਭਿੰਨਤਾ ਕੀ ਹੈਗਾ, ਉਹ ਦੋ ਤੱਤਾਂ 'ਤੇ ਨਿਰਭਰ ਕਰਦੀ ਹੈਗੀ। ਇੱਕ ਤਾਂ ਕਿਹੜੇ 'ਤੇ ਭੂਗੋਲਿਕ ਅਤੇ ਦੂਜੇ ਇਤਿਹਾਸਕ 'ਤੇ। ਭੂਗੋਲਿਕ 'ਤੇ ਕਿਵੇਂ ਕਰੂਗੀ, ਜਿਵੇਂ ਕਿ ਹੁਣ ਪੰਜਾਬ ਦਾ ਲਾ ਲਓ, ਪੰਜਾਬ ਦੇ ਵਿੱਚ ਸਿੱਖ ਇਤਿਹਾਸ ਹੈਗਾ। ਸੋ ਸੋਰੀ ਆਪਾਂ ਕਹਦੇ ਪੰਜਾਬ ਦੇ ਵਿੱਚ ਇੱਕ ਮੈਦਾਨੀ ਏਰੀਆ ਹੈਗਾ। ਸੋ ਆਪਾਂ ਕਹਿ ਲਓ ਹਿਮਾਚਲ ਦੇ ਵਿੱਚ ਕੀ ਲਓ, ਉੱਥੇ ਪਹਾੜੀ ਏਰੀਆ ਹੈਗਾ। ਪੰਜਾਬ ਦਾ ਵਾਤਾਵਰਨ ਅਲੱਗ ਆ। ਪੰਜਾਬ ਦੇ ਵਿੱਚ ਕੀ ਹੈਗਾ, ਰੁੱਤਾਂ ਬਦਲਦੀਆਂ ਰਹਿੰਦੀਆਂ। ਜਿਵੇਂ ਕਿ ਹੁਣ ਜੰਮੂ ਕਸ਼ਮੀਰ ਦੇ ਵਿੱਚ ਲਾ ਲਓ, ਪਹਾੜੀ ਇਲਾਕਾ ਲਾ ਲਓ, ਜਿੱਥੇ ਕਿ ਹਮੇਸ਼ਾ ਠੰਡ ਰਹਿੰਦੀ ਹੈਗੀ। ਉਹ ਭੂਗੋਲਿਕ ਦੇ ਕਰਕੇ ਵੀ ਕੀ ਹੈਗਾ, ਭਿੰਨਤਾ ਪੈਦਾ ਹੁੰਦੀ ਹੈਗੀ। ਇਤਿਹਾਸ ਕਰਕੇ ਕਿਵੇਂ ਹੁੰਦੇ ਹੈਗੇ, ਜਿਵੇਂ ਕਿ ਪੰਜਾਬ ਦਾ ਇਤਿਹਾਸ ਅਲੱਗ ਲਾ ਲਓ, ਕਿਉਂਕਿ ਸਿੱਖਾਂ ਦਾ ਇਤਿਹਾਸ ਹੈਗਾ, ਸਿੱਖ ਕਮਿਊਨਿਟੀ ਦਾ ਇਤਿਹਾਸ ਹੈਗਾ। ਮਹਾਰਾਸ਼ਟਰ ਦੇ ਵਿੱਚ ਲਾ ਲਓ, ਉੱਥੋਂ ਦਾ ਇਤਿਹਾਸ ਅਲੱਗ ਹੈਗਾ। ਹਿਮਾਚਲ ਦਾ ਲਾ ਲਓ, ਉੱਥੋਂ ਦਾ ਇਤਿਹਾਸ ਅਲੱਗ ਹੈਗਾ। ਯੂਪੀ ਦਾ ਇਤਿਹਾਸ ਲਾ ਲਓ, ਉੱਥੋਂ ਦਾ ਇਤਿਹਾਸ ਕੀ ਆ, ਅਲੱਗ ਅਲੱਗ। ਹਰ ਇੱਕ ਸਟੇਟ ਦਾ ਆਪਣਾ ਆਪਣਾ ਕੀ ਹੈਗਾ, ਇਤਿਹਾਸ ਹੈਗਾ। ਸੋ ਭੂਗੋਲਿਕ ਕਰਕੇ ਅਤੇ ਇਤਿਹਾਸਿਕ ਚੀਜ਼ਾਂ ਕਰਕੇ ਕੀ ਹੈਗਾ, ਇਹ ਭਿੰਨਤਾ ਏਰੀਏ ਦੀ ਭਿੰਨਤਾ ਨਿਰਭਰ ਕਰਦੀ ਹੈਗੀ। ਸੋ ਜਿਵੇਂ ਕਿ ਹੁਣ ਆਪਾਂ ਦੋ ਸਟੇਟਾਂ ਨੂੰ ਲਾ ਕੇ ਚੱਲਦੇ ਹੈਗੇ, ਦੋ ਲਦਾਖ ਨੂੰ ਅਤੇ ਕਿਸ ਨੂੰ, ਕੇਰਲਾ ਨੂੰ। ਸੋ ਉਸ ਕੀ ਹੈਗਾ, NCERT ਬੁੱਕ ਦੇ ਵਿੱਚ ਵੀ ਇਹਨਾਂ ਦੋਨਾਂ ਦੇ ਵਿੱਚੋਂ ਹੀ ਪ੍ਰਸ਼ਨ ਪੁੱਛਣ ਦੇ ਇਸ ਬਾਰੇ ਵੀ ਤੁਸੀਂ ਦੇਖਿਓ, ਇਸ ਪ੍ਰਸ਼ਨ ਮਿਲਣਗੇ। ਇਹਨਾਂ ਦੋਨਾਂ ਦੇ ਨਾਲ ਹੀ ਕੀ ਹੈਗਾ, ਦਿਖਾਇਆ ਹੋਇਆ ਹੈਗਾ ਵੀ ਕਿਵੇਂ ਕਿਵੇਂ ਭਿੰਨਤਾ ਹੁੰਦੀ ਹੈਗੀ। ਜਿਵੇਂ ਕਿ ਲਦਾਖ ਇੱਕ ਜੰਮੂ ਕਸ਼ਮੀਰ ਦਾ ਕੀ ਹੈਗਾ, ਪੂਰਬੀ ਹਿੱਸੇ 'ਚ ਸਥਿਤ ਹੈਗਾ। ਪਹਾੜੀ ਅਤੇ ਰਾਜਸਥਾਨੀ ਇਲਾਕਾ ਇਹ। ਇੱਥੇ ਕੀ ਹੈ, ਜ਼ਿਆਦਾਤਰ ਇਹ ਬਰਫ਼ ਨਾਲ ਢਕਿਆ ਰਹਿੰਦਾ ਹੈਗਾ। ਸੋ ਲਦਾਖ ਦੇ ਵਿੱਚ ਕੀ ਹੈਗਾ, ਪਸ਼ਮੀਨਾ ਸ਼ਾਲ, ਜੋ ਕਿ ਬਹੁਤ ਪ੍ਰਸਿੱਧ ਹੈਗਾ। ਪਸ਼ਮੀਨਾ ਉੱਨ ਤੋਂ ਬਣਾਈ ਜਾਂਦੀ ਹੈ, ਜੋ ਕਿ ਬਹੁਤ ਮਹਿੰਗੀ ਹੁੰਦੀ ਹੈ। ਲਦਾਖ ਦੇ ਲੋਕ ਇਸ ਖਾਸ ਭੇਡ ਨੂੰ ਪਾਲਦੇ ਹੈਗੇ। ਹੁਣ ਪੇਪਰ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ, ਪਸ਼ਮੀਨਾ ਸ਼ਾਲ ਕਿੱਥੋਂ ਦਾ ਪ੍ਰਸਿੱਧ ਹੈਗਾ। ਸੋ ਇਹ ਕਿੱਥੋਂ ਦਾ ਹੈਗਾ, ਲਦਾਖ ਦਾ ਪ੍ਰਸਿੱਧ ਹੈਗਾ। ਸੋ ਕੀ ਇਹ ਖਾਸ ਭੇਡ ਨੂੰ ਪਾਲਦੇ ਹੈਗੇ। ਜਿਵੇਂ ਕਿ ਪਸ਼ਮੀਨਾ ਸ਼ਾਲ ਦੀ ਬੁਣਾਈ ਹੋਈ ਜਾਂਦੀ ਹੈਗੀ। ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਆਹ ਪਸ਼ਮੀਨਾ ਭੇਡ ਹੈਗੀ, ਜਿਸ ਤੋਂ ਕਿ ਉੱਨ ਉਤਾਰੀ ਜਾਂਦੀ ਹੈਗੀ ਅਤੇ ਇੱਥੋਂ ਪਸ਼ਮੀਨਾ ਸ਼ਾਲ ਬਣਦੇ ਹੈਗੇ। ਸੋ ਲਦਾਖ ਦੇ ਲੋਕ ਗਾਂ, ਭੇਡਾਂ, ਬੱਕਰੀਆਂ ਅਤੇ ਯਾਕ ਨੂੰ ਪਾਲਦੇ ਹੈਗੇ। ਇੱਥੇ ਦੇ ਲੋਕ ਭੋਜਨ ਦੇ ਰੂਪ ਵਿੱਚ ਦੁੱਧ ਨਾਲ ਬਣੀਆਂ ਚੀਜ਼ਾਂ ਅਤੇ ਮਾਂਸ ਇਹ ਖਾਂਦੇ ਹੈਗੇ। ਬਹੁਤ ਸਾਰੀਆਂ ਘਾਟੀਆਂ ਹਨ ਇੱਥੇ, ਅਤੇ ਜਿੱਥੋਂ ਦੀ ਗੁਜ਼ਰ ਕੇ ਮੱਧ ਏਸ਼ੀਆ ਦੇ ਲੋਕ ਤਿੱਬਤ ਜਾਂਦੇ ਸੀਗੇ। ਅਤੇ ਲਦਾਖ ਦੇ ਰਸਤੇ ਹੀ ਬੁੱਧ ਧਰਮ ਤਿੱਬਤ ਪਹੁੰਚਿਆ ਸੀ। ਇਸ ਲਈ ਲਦਾਖ ਨੂੰ ਛੋਟਾ ਤਿੱਬਤ ਕਿਹਾ ਜਾਂਦਾ ਗਾ। ਹੁਣ ਪੇਪਰ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ, ਛੋਟਾ ਤਿੱਬਤ ਕਿਸ ਨੂੰ ਕਿਹਾ ਜਾਂਦਾ। ਸੋ ਉਹ ਕਿਸ ਨੂੰ ਕਿਹਾ ਜਾਂਦਾ ਗਾ, ਲਦਾਖ ਨੂੰ ਕਿਹਾ ਜਾਂਦਾ ਗਾ, ਜਿਸ ਦੇ ਰਸਤੇ ਰਾਹੀਂ ਬੁੱਧ ਧਰਮ ਤਿੱਬਤ ਪਹੁੰਚਿਆ ਸੀਗਾ। ਸੋ ਕਿਸ ਦੇ ਰਸਤੇ ਰਾਹੀਂ ਬੁੱਧ ਧਰਮ ਤਿੱਬਤ ਪਹੁੰਚਿਆ ਸੀਗਾ, ਲਦਾਖ ਦੇ ਰਸਤੇ ਰਾਹੀਂ। ਇੱਥੇ ਤਕਰੀਬਨ 400 ਸਾਲ ਪਹਿਲਾਂ ਇਸਲਾਮ ਧਰਮ ਦਾ ਵੀ ਆਗਮਨ ਹੋਇਆ ਸੀਗਾ। ਇੱਥੇ ਬਹੁਤੀਆਂ ਸੰਖਿਆ ਵਿੱਚ ਮੁਸਲਮਾਨ ਰਹਿੰਦੇ ਹੈਗੇ। ਸੋ ਇਸਲਾਮ ਧਰਮ ਦਾ ਆਗਮਨ ਮਤਲਬ ਕਿ ਇਸਲਾਮ ਧਰਮ 400 ਸਾਲ ਪਹਿਲਾਂ ਕਿੱਥੇ ਆਇਆ ਸੀਗਾ, ਲਦਾਖ ਦੇ ਵਿੱਚ ਆਇਆ ਸੀਗਾ। ਸੋ ਇਸ ਕਰਕੇ ਇੱਥੇ ਕੀ ਹੈ, ਜ਼ਿਆਦਾ ਸੰਖਿਆ ਦੇ ਵਿੱਚ ਮੁਸਲਮਾਨ ਰਹਿੰਦੇ ਆ। ਲਦਾਖ ਦੇ ਵਿੱਚ ਗਾਣੇ ਅਤੇ ਕਵਿਤਾਵਾਂ ਦਾ ਮੌਖਿਕ ਸੰਗ੍ਰਹਿ ਹੁੰਦਾ ਗਾ। ਤਿੱਬਤ ਦਾ ਗ੍ਰੰਥ ਕੇਸਰ ਸੰਗਾ ਲਦਾਖ ਵਿੱਚ ਪ੍ਰਚਲਿਤ ਆ। ਇਸ ਨੂੰ ਉੱਥੋਂ ਦੇ ਮੁਸਲਮਾਨ ਅਤੇ ਬੁੱਧ ਧਰਮ ਦੇ ਲੋਕ ਦੋਨੋਂ ਹੀ ਗਾਉਂਦੇ ਹੈਗੇ। ਸੋ ਲਦਾਖ ਦੇ ਵਿੱਚ ਬੁੱਧ ਧਰਮ ਅਤੇ ਮੁਸਲਮਾਨ ਜ਼ਿਆਦਾ ਹੈਗੇ। ਉੱਥੇ ਕੀ ਹੈ, ਇਸ ਨੂੰ ਕੇਸਰ ਸੰਗਾ, ਜੋ ਕਿ ਇੱਕ ਸੌਂਗ ਉੱਥੋਂ ਦਾ ਗ੍ਰੰਥ ਹੈਗਾ, ਇਸ ਨੂੰ ਕੀ ਹੈਗਾ ਕਿ ਦੋਨੇ ਲੋਕ ਹੀ ਗਾਉਂਦੇ ਹੈਗੇ। ਸੋ ਕੇਰਲਾ, ਹੁਣ ਕੀ ਆ ਗਿਆ, ਕੇਰਲਾ ਦਾ ਕੀ ਡਿਫਰੈਂਸ ਆ। ਕੇਰਲਾ ਭਾਰਤ ਦੇ ਦੱਖਣੀ ਪੱਛਮੀ ਇਲਾਕੇ ਵਿੱਚ ਵਸਿਆ ਹੋਇਆ ਇੱਕ ਰਾਜ ਹੈਗਾ। ਮੀਨਜ਼ ਦਾ ਥੱਲੇ ਵਾਲਾ ਹਿੱਸਾ ਹੈਗਾ। ਕਿਹੜੇ ਹਿੱਸੇ 'ਚ ਆ ਗਿਆ, ਇੱਥੇ ਕੇਰਲਾ ਹੈਗਾ ਬਿਲਕੁਲ ਨੀਚੇ। ਇਸ ਦੇ ਇੱਕ ਪਾਸੇ ਸਮੁੰਦਰ ਅਤੇ ਇੱਕ ਪਾਸੇ ਪਹਾੜੀ ਹੈਗੀ। ਪਹਾੜੀ ਵਿੱਚ ਵਿਭਿੰਨ ਪ੍ਰਕਾਰ ਦੇ ਮਸਾਲੇ ਉਗਾਏ ਜਾਂਦੇ ਹੈਗੇ। ਮਸਾਲਿਆਂ ਦੇ ਕਾਰਨ ਇੱਥੇ ਖੇਤਰੀ ਵਪਾਰੀ ਇੱਕ ਆਕਰਸ਼ਕ ਖੇਤਰ ਬਣਿਆ ਹੋਇਆ ਸੀ। ਇਸ ਲਈ ਇੱਥੇ ਸਭ ਤੋਂ ਪਹਿਲਾਂ ਅਰਬੀ ਅਤੇ ਯਹੂਦੀ ਆਏ ਸਨ। ਸੋ ਮਸਾਲਿਆਂ ਦੇ ਕਾਰਨ ਹੀ ਇੱਥੇ ਕੀ ਹੈਗਾ, ਸਭ ਤੋਂ ਪਹਿਲਾਂ ਵਪਾਰ ਕਰਨ ਲਈ ਕੌਣ ਆਏ ਸੀ, ਅਰਬੀ ਅਤੇ ਯਹੂਦੀ ਆਏ ਸੀਗੇ। ਸੋ ਮੰਨਿਆ ਜਾਂਦਾ ਹੈ ਕਿ 2000 ਸਾਲ ਪਹਿਲਾਂ ਈਸਾ ਮਸੀਹ ਦੇ ਧਰਮ ਦੂਤ ਸੈਂਟ ਥੋਮਸ ਇੱਥੇ ਆਏ ਸੀਗੇ। ਸੋ ਸੈਂਟ ਥੋਮਸ ਸਭ ਤੋਂ ਪਹਿਲਾਂ ਕਿੱਥੇ ਆਏ ਸੀ, ਕੇਰਲਾ ਦੇ ਵਿੱਚ। ਸੋ ਭਾਰਤ ਵਿੱਚ ਈਸਾਈ ਧਰਮ ਲਿਆਉਣ ਦਾ ਸਿਹਰਾ ਆ ਇਹਨਾਂ ਨੂੰ ਹੀ ਜਾਂਦਾ। ਕਿਹਨਾਂ ਨੂੰ ਜਾਂਦਾ, ਸੈਂਟ ਥੋਮਸ ਨੂੰ ਹੀ ਜਾਂਦਾ। ਜੋ ਕਿ ਇਸ ਵਾਰ ਜੋ ਕਿ ਹੁਣ ਪੇਪਰ ਲੇਟੈਸਟ ਹੋਇਆ ਸੀਗਾ PSTET ਦਾ, ਜੋ ਕੈਂਸਲ ਹੋਇਆ ਗਾ, ਉਸ ਦੇ ਵਿੱਚ ਵੀ ਪ੍ਰਸ਼ਨ ਪੁੱਛਿਆ ਗਿਆ ਸੈਂਟ ਥੋਮਸ ਬਾਰੇ। ਸੋ ਇਬਨ ਬਤੂਤਾ, ਇਹ ਵੀ ਪ੍ਰਸ਼ਨ ਆਇਆ ਹੋਇਆ ਹੈਗਾ। ਇਬਨ ਬਤੂਤਾ ਅਰਬ ਦਾ ਸੀਗਾ। 700 ਸਾਲ ਪਹਿਲਾਂ ਭਾਰਤ ਆਇਆ ਸੀਗਾ। ਉਹਨਾਂ ਨੇ ਦੱਸਿਆ ਕਿ ਕੇਰਲਾ ਅਤੇ ਮੁਸਲਮਾਨਾਂ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਸੀ, ਕੇਰਲਾ ਦੇ ਲੋਕਾਂ ਨੇ।
ਸੋ ਵਾਸਕੋ ਡੀ ਗਾਮਾ ਜੋ ਕਿ ਉਹ ਵੀ ਕੇਰਲਾ ਦੇ ਵਿੱਚ ਸਭ ਤੋਂ ਪਹਿਲਾਂ ਆਇਆ ਸੀ, ਕਾਲੀਕਟ ਬੰਦਰਗਾਹ 'ਤੇ ਆਇਆ ਸੀਗਾ ਸਮੁੰਦਰ ਦੇ ਰਸਤੇ ਰਾਹੀਂ। ਪਹਿਲਾ ਪੁਰਤਗਾਲੀ ਸੀਗਾ। ਕਦੋਂ ਆਇਆ ਸੀ? 1498 ਦੇ ਵਿੱਚ। ਸੋ ਸਮੁੰਦਰੀ ਰਸਤਾ ਵੀ ਇਸ ਨੇ ਹੀ ਲੱਭਿਆ ਸੀਗਾ, ਵਾਸਕੋ ਡੀ ਗਾਮਾ ਨੇ। ਸੋ ਕੇਰਲਾ ਦੇ ਵਿੱਚ ਚਾਵਲ ਦੀ ਖੇਤੀ ਸਭ ਤੋਂ ਜ਼ਿਆਦਾ ਹੁੰਦੀ ਹੈ। ਇੱਥੇ ਮਸਾਲੇ, ਲੌਂਗ, ਇਲਾਇਚੀ ਦੀ ਖੇਤੀ ਵੀ ਹੁੰਦੀ ਹੈ। ਕੇਰਲਾ ਦੇ ਵਿੱਚ ਓਣਮ ਤਿਉਹਾਰ ਮਨਾਇਆ ਜਾਂਦਾ ਹੈਗਾ। ਸੋ ਜੇ ਇਹ ਸੀਗਾ ਲੱਦਾਖ ਅਤੇ ਕੇਰਲਾ ਦੇ ਵਿੱਚ ਭਿੰਨਤਾ ਪਾਈ ਜਾਂਦੀ ਹੈਗੀ। ਹੁਣ ਜੇਕਰ ਭਿੰਨਤਾ ਪਾਈ ਜਾਂਦੀ ਹੈਗੀ ਸਾਡੇ ਦੇਸ਼ ਦੇ ਵਿੱਚ, ਤਾਂ ਵਿਤਕਰੇ ਵੀ ਜ਼ਰੂਰ ਹੋਣਗੇ ਹੀ ਹੋਣਗੇ। ਸੋ ਇਹ ਭਿੰਨਤਾ ਦੇ ਕੀ ਕਾਰਨ ਹੈਗੇ? ਭਾਰਤ ਭਿੰਨਤਾਵਾਂ ਵਾਲਾ ਦੇਸ਼ ਆ। ਇੱਥੇ ਤਾਂ ਸਾਰੇ ਧਰਮਾਂ ਮੀਨਜ਼ 8 ਜ਼ਿਆਦਾਤਰ ਧਰਮ, ਜਿਵੇਂ ਸਿੱਖ, ਈਸਾਈ, ਮੁਸਲਮਾਨ, ਹਿੰਦੂ, ਇਸ 8 ਇਸ ਤਰ੍ਹਾਂ ਦੇ ਜ਼ਿਆਦਾਤਰ ਧਰਮ ਹਨ। ਜ਼ਿਆਦਾ ਧਰਮਾਂ ਦੇ ਲੋਕ ਰਹਿੰਦੇ ਹੈਗੇ। 1600 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਅਤੇ 100 ਤੋਂ ਜ਼ਿਆਦਾ ਕੀ ਹੈਗਾ ਡਾਂਸ ਇੱਥੇ ਕੀਤੇ ਜਾਂਦੇ ਆ ਸਾਡੇ ਦੇਸ਼ ਦੇ ਵਿੱਚ। ਸੋ ਪੱਖਪਾਤ ਕੀ ਹੁੰਦਾ ਗਾ? ਪ੍ਰੇਜੀਡਿਊਸ ਇਹ ਕੀ ਹੁੰਦਾ ਗਾ? ਜਦੋਂ ਅਸੀਂ ਕਿਸੇ ਦੇ ਬਾਰੇ ਪਹਿਲਾਂ ਹੀ ਕੋਈ ਰਾਏ ਬਣਾ ਲੈਂਦੇ ਹਾਂ ਤਾਂ ਉਸ ਨੂੰ ਕੀ ਕਿਹਾ ਜਾਂਦਾ ਗਾ? ਪੱਖਪਾਤ ਕਿਹਾ ਜਾਂਦਾ ਗਾ। ਜ਼ਿਆਦਾਤਰ ਇਹ ਨਕਾਰਾਤਮਕ ਹੀ ਹੁੰਦੀ ਹੈਗੀ। ਅਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਪੱਖਪਾਤ ਕਰਦੇ ਹਾਂ, ਜਿਵੇਂ ਕਿ ਚਮੜੀ ਦੇ ਰੰਗ, ਖੇਤਰ, ਬੋਲਣ ਦਾ ਤਰੀਕਾ, ਕੱਪੜੇ ਪਹਿਨਣ ਦਾ ਤਰੀਕਾ ਆਦਿ। ਸੋ ਸਾਡੇ ਸਮਾਜ ਵਿੱਚ ਲੜਕਾ ਅਤੇ ਲੜਕੀ ਵਿੱਚ ਵੀ ਭੇਦਭਾਵ ਕੀਤਾ ਜਾਂਦਾ। ਪੱਖਪਾਤ ਮੀਨਜ਼ ਕੀ ਹੈਗਾ? ਜਿਵੇਂ ਕਿ ਮੰਨ ਕੇ ਚੱਲੋ ਆਪਾਂ ਕੀ ਹੈਗਾ ਲੜਕਾ ਅਤੇ ਲੜਕੀ ਵਿੱਚ ਭੇਦਭਾਵ ਕਰ ਦਿਆਂਗੇ। ਜਿਵੇਂ ਕਿ ਆਪਾਂ ਲੜਕੇ ਦਾ ਹੀ ਮੰਨਦੇ ਹਾਂ ਕਿ ਜੇਕਰ ਪਲੇਨ ਹੈਗਾ ਵੀ ਇਕੱਲੇ ਲੜਕੇ ਹੀ ਚਲਾਉਣਗੇ, ਵੀ ਲੜਕੀਆਂ ਨਹੀਂ ਪਲੇਨ ਉਡਾ ਸਕਦੀਆਂ। ਸੋ ਇਹ ਕੀ ਇੱਕ ਭੇਦਭਾਵ ਹੋ ਗਿਆ, ਪੱਖਪਾਤ ਹੋ ਗਿਆ। ਸੋ ਇਸੇ ਤਰ੍ਹਾਂ ਕੱਪੜਿਆਂ ਦਾ, ਜਿਹਦੇ ਕੱਪੜੇ ਵਧੀਆ ਪਾਏ ਹੋਣਗੇ ਆਪਾਂ ਕਹਾਂਗੇ ਇਹ ਇਨਸਾਨ ਵਧੀਆ ਹੋਊਗਾ। ਆਪਾਂ ਪਹਿਲਾਂ ਹੀ ਉਹਦੇ ਪ੍ਰਤੀ ਮਨ ਦੇ ਵਿੱਚ ਰਾਏ ਬਣਾ ਲੈਂਦੇ ਹੈਗੇ ਆਪਣੇ ਪ੍ਰਤੀ ਕਿ ਉਹਦੇ ਵਿੱਚ ਪੱਖਪਾਤ ਪੈਦਾ ਹੋ ਜਾਂਦਾ ਹੈਗਾ, ਆਪਾਂ ਇਹਨੂੰ ਹੀ ਵਧੀਆ ਮੰਨਦੇ ਆਂਗੇ। ਸੋ ਇਸੇ ਤਰ੍ਹਾਂ ਕੀ ਹੈਗਾ ਪੱਖਪਾਤ ਹੁੰਦਾ ਹੈਗਾ। ਸਟੀਰੀਓਟਾਈਪ ਮੀਨਜ਼ ਰੂੜੀਵਾਦੀ ਸੋਚ, ਰੂੜੀਵਾਦੀ ਜਿਹਨੂੰ ਆਪਾਂ ਕਹਿ ਦਿੰਦੇ। ਇਸ ਵਾਰ ਵੀ ਸਟੀਰੀਓਟਾਈਪ ਨਾਲ ਰਿਲੇਟਡ ਪੇਪਰ ਦੇ ਵਿੱਚ ਪ੍ਰਸ਼ਨ ਪੁੱਛਿਆ ਹੋਇਆ ਸੀਗਾ। ਸੋ ਜਦੋਂ ਅਸੀਂ ਸਾਰੇ ਲੋਕਾਂ ਦੀ ਸ਼ਖਸੀਅਤ ਨੂੰ ਕਿਸੇ ਦੀ ਇੱਕ ਸ਼ਖਸੀਅਤ ਦੀ ਤਰ੍ਹਾਂ ਮੰਨ ਲੈਂਦੇ, ਉਸੇ ਨੂੰ ਕੀ ਬੋਲਦੇ ਹਾਂ ਅਸੀਂ? ਸਟੀਰੀਓਟਾਈਪ ਜਾਂ ਰੂੜੀਵਾਦੀ ਧਾਰਨਾ ਕਹਿੰਦੇ ਆਂਗੇ। ਕਈ ਵਾਰ ਅਸੀਂ ਕਿਸੇ ਖਾਸ ਦੇਸ਼, ਧਰਮ, ਲਿੰਗ ਦੇ ਹੋਣ ਕਾਰਨ ਅਸੀਂ ਉਹਨਾਂ ਨੂੰ ਕੰਜੂਸ, ਅਪਰਾਧੀ ਜਾਂ ਬੇਵਕੂਫ ਠਹਿਰਾਉਂਦੇ ਹਾਂ। ਇਹ ਦਰਅਸਲ ਮਨ ਵਿੱਚ ਇੱਕ ਪੱਕੀ ਧਾਰਨਾ ਹੁੰਦੀ ਹੈਗੀ। ਇਸ ਨੂੰ ਕੀ ਬੋਲਦੇ ਆ? ਇੱਕ ਸਟੀਰੀਓਟਾਈਪ ਬੋਲਦੇ ਹਾਂ, ਜਿਹਨੂੰ ਆਪਾਂ ਬੋਲ ਦਿਆਂਗੇ ਰੂੜੀਵਾਦੀ ਧਾਰਨਾ। ਸੋ ਅਸਮਾਨਤਾ ਅਤੇ ਭੇਦਭਾਵ। ਹੁਣ ਅਸਮਾਨਤਾ ਅਤੇ ਭੇਦਭਾਵ ਉਦੋਂ ਹੁੰਦਾ ਜਦੋਂ ਲੋਕ ਪੱਖਪਾਤ ਅਤੇ ਰੂੜੀਵਾਦੀ ਦੇ ਧਾਰਨਾ ਦੇ ਆਧਾਰ 'ਤੇ ਵਿਵਹਾਰ ਕਰਦੇ। ਕਿਹਦੇ ਆਧਾਰ 'ਤੇ ਕਰਦੇ ਹੈਗੇ? ਪੱਖਪਾਤ ਅਤੇ ਰੂੜੀਵਾਦੀ ਦੇ ਧਾਰਨਾ ਦੇ ਆਧਾਰ 'ਤੇ। ਜਿਵੇਂ ਕਿ ਕਿਸੇ ਨੂੰ ਨੀਚਾ ਦਿਖਾਉਣਾ, ਕਿਸੇ ਗਤੀਵਿਧੀ ਵਿੱਚ ਭਾਗ ਲੈਣ ਤੋਂ ਰੋਕਣਾ, ਕਿਸੇ ਖਾਸ ਨੂੰ ਕੋਈ ਖਾਸ ਨੌਕਰੀ ਨਾ ਕਰਨ ਦੇਣਾ, ਕਿਸੇ ਖਾਸ ਮੁਹੱਲੇ ਵਿੱਚ ਨਾ ਰਹਿਣ ਦੇਣਾ, ਖੂਹ ਜਾਂ ਨਲਕੇ ਤੋਂ ਪਾਣੀ ਨਾ ਭਰਨ ਦੇਣਾ, ਚਾਹ ਲਈ ਅਲੱਗ ਗਲਾਸ ਜਾਂ ਕੱਪ ਦੇਣਾ। ਇਹ ਸਭ ਕੀ ਹੈਗਾ? ਭੇਦਭਾਵ ਹਨ। ਅਤੇ ਇਸੇ ਭੇਦਭਾਵ ਤੋਂ ਕੀ ਹੈਗਾ? ਅਸਮਾਨਤਾ ਪੈਦਾ ਹੁੰਦੀ ਹੈ। ਬਿਲਕੁਲ ਸਿੰਪਲ ਵਰਡਾਂ ਦੇ ਵਿੱਚ ਸਮਝਾਇਆ ਹੋਇਆ ਹੈਗਾ, ਲਿਖਿਆ ਹੋਇਆ ਹੈਗਾ, ਤੁਸੀਂ ਸਮਝ ਸਕਦੇ ਹੋਗੇ। ਭੇਦਭਾਵ ਕਾਹਦੇ ਨਾਲ ਪੈਦਾ ਹੁੰਦਾ ਹੈਗਾ? ਦਲਿਤ ਦਾ ਅਰਥ ਦਬਾਇਆ ਗਿਆ ਜਾਂ ਕੁਚਲਿਆ ਹੋਇਆ। ਸੋ ਇਹ ਦਰਸਾਉਂਦਾ ਹੈ ਕਿ ਕਿਵੇਂ ਦਲਿਤਾਂ ਨੂੰ ਪੱਖਪਾਤ ਅਤੇ ਸਮਾਜਿਕ ਭੇਦਭਾਵ ਕਰਕੇ ਦਬਾਇਆ ਜਾਂ ਰੱਖਿਆ ਹੋਇਆ ਸੀਗਾ। ਜਾਤੀ ਵਿਵਸਥਾ ਕਾਰਨ ਵੀ ਭੇਦਭਾਵ ਹੁੰਦਾ। ਜਾਤੀ ਵਿਵਸਥਾ ਵਿੱਚ ਇੱਕ ਸੀੜੀ ਦੀ ਤਰ੍ਹਾਂ ਹੈ। ਇਸ ਦੇ ਉੱਪਰਲੇ ਹਿੱਸੇ ਨੂੰ ਉੱਚੀ ਜਾਤੀ ਅਤੇ ਨਿਚਲੇ ਹਿੱਸੇ ਨੂੰ ਨੀਵੀਂ ਜਾਤੀ ਅਛੂਤ ਦੇ ਰੂਪ ਵਿੱਚ ਜਾਣਿਆ ਜਾਂਦਾ ਹੈਗਾ। ਇਹ ਕਿਉਂ ਮੈਂ ਲਿਖਿਆ ਹੋਇਆ ਹੈਗਾ? ਇਹ ਪੇਪਰ ਦੇ ਵਿੱਚ ਐਗਜੈਕਟ ਇੱਦਾਂ ਹੀ ਕਨਸੈਪਟ ਦੇ ਵਿੱਚੋਂ ਚੱਕ ਕੇ ਪ੍ਰਸ਼ਨ ਪੁੱਛਿਆ ਨੇ। ਪਿਛਲੇ ਪੇਪਰ ਜੋ ਕਿ ਹੁਣ ਵੀ ਹੋਇਆ ਸੀਗਾ, ਇਹਦੇ ਹੀ ਐਗਜੈਕਟ ਇੱਦਾਂ ਹੀ ਵਿੱਚੋਂ ਵਰਡਿੰਗ ਚੱਕ ਕੇ ਪੁੱਛੀ ਹੋਈ ਆ। ਇਸ ਕਰਕੇ ਮੈਂ ਇਹ ਸਾਰਾ ਕਨਸੈਪਟ ਲਿਖਿਆ ਹੋਇਆ ਹੈਗਾ। ਸੋ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਅਤੇ ਸਮਝਣਾ। ਇਸ ਦੇ ਵਿੱਚੋਂ ਹੀ ਆਏ ਹੈਗਾ ਕੋ MCQ ਬਣਾ ਕੇ ਦਊਗਾ। ਕਿਉਂ ਨਹੀਂ MCQ ਬਣਾਏ? ਇਹ ਜੋ ਟੌਪਿਕ ਹੈਗੇ ਇਸੇ ਤਰ੍ਹਾਂ ਦੇ ਟੌਪਿਕ ਹੈਗੇ, ਕਿਉਂਕਿ ਇਹਦੇ ਵਿੱਚੋਂ ਐਗਜੈਕਟ ਵਰਡਿੰਗ ਚੱਕ ਕੇ ਪੁੱਛਦਾ ਹੈਗਾ ਪ੍ਰਸ਼ਨ। ਸੋ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਣਾ ਅਤੇ ਦੇਖਣਾ ਗਾ। ਦਲਿਤ ਦਾ ਅਰਥ ਕੀ ਹੁੰਦਾ ਗਾ? ਦਬਾਇਆ ਜਾਂ ਕੁਚਲਾ ਹੋਇਆ। ਪ੍ਰਸ਼ਨ ਦੇ ਵਿੱਚ ਪੁੱਛ ਸਕਦਾ ਗਾ ਦਲਿਤ ਦਾ ਮਤਲਬ ਕੀ ਹੁੰਦਾ ਗਾ? ਅਰਥ ਦਬਿਆ ਜਾਂ ਕੁਚਲਿਆ ਹੋਇਆ। ਸੋ ਦਲਿਤਾਂ ਨੂੰ ਪੱਖਪਾਤ ਅਤੇ ਸਮਾਜਿਕ ਭੇਦਭਾਵ ਕਰਕੇ ਦਬਾ ਕੇ ਰੱਖਿਆ ਹੋਇਆ ਸੀਗਾ। ਇਸ ਕਰਕੇ ਜਾਤੀ ਵਿਵਸਥਾ ਕਾਰਨ ਇਹ ਭੇਦਭਾਵ ਪੈਦਾ ਹੁੰਦਾ ਸੀਗਾ।
ਸੋ ਜਾਤੀ ਵਿਵਸਥਾ ਇੱਕ ਸੀੜੀ ਦੀ ਤਰ੍ਹਾਂ ਸੀ। ਉੱਪਰਲੇ ਹਿੱਸੇ ਨੂੰ ਉੱਚੀ ਜਾਤੀ ਅਤੇ ਨਿਚਲੇ ਹਿੱਸੇ ਨੂੰ ਕੀ ਸੀਗਾ, ਨੀਵੀਂ ਜਾਤੀ ਜਾਂ ਅਛੂਤ ਦੇ ਰੂਪ ਵਿੱਚ ਮੰਨਿਆ ਜਾਂਦਾ ਸੀਗਾ। ਸੋ ਸਾਡੇ ਜੋ ਭਾਰਤ ਦੇ ਮਹਾਨ ਨੇਤਾ ਸੀ ਡਾਕਟਰ ਭੀਮ ਰਾਓ ਅੰਬੇਦਕਰ ਨੇ 9 ਸਾਲ ਦੀ ਉਮਰ ਵਿੱਚ 1901 ਵਿੱਚ ਇਹ ਸਾਹਮਣਾ ਕੀਤਾ ਸੀਗਾ। ਡਾਕਟਰ ਭੀਮ ਰਾਓ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦੇ ਪਿਤਾਮਾ ਅਤੇ ਦਲਿਤਾਂ ਦੇ ਸਭ ਤੋਂ ਵੱਡੇ ਨੇਤਾ ਦੇ ਤੌਰ 'ਤੇ ਜਾਣਿਆ ਜਾਂਦਾ ਅਤੇ ਬਾਅਦ ਵਿੱਚ ਉਹਨਾਂ ਨੇ ਬੁੱਧ ਧਰਮ ਅਪਣਾ ਲਿਆ ਸੀਗਾ। ਸੋ ਸਮਾਨਤਾ ਦੇ ਲਈ ਫਿਰ ਸੰਘਰਸ਼ ਕੀਤਾ ਸੀਗਾ। ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਪਾਉਣ ਲਈ ਜੋ ਸੰਘਰਸ਼ ਕੀਤਾ ਗਿਆ ਸੀ ਉਸ ਨੂੰ ਸਮਾਨਤਾ ਦੇ ਵਿਵਹਾਰ ਲਈ ਕੀਤਾ ਗਿਆ, ਜਿਸ ਵਿੱਚ ਸੰਘਰਸ਼ ਵੀ ਸ਼ਾਮਲ ਸੀ। ਦਲਿਤ, ਔਰਤਾਂ ਅਤੇ ਜਨਜਾਤੀ ਦੇ ਲੋਕ, ਕਿਸਾਨਾਂ ਨੇ ਜਿਨ੍ਹਾਂ ਨੇ ਗੈਰ ਬਰਾਬਰੀ ਵਾਲਾ ਜੀਵਨ ਅਨੁਭਵ ਕੀਤਾ, ਉਹਨਾਂ ਨੂੰ ਇਸ ਦੇ ਖਿਲਾਫ ਲੜਾਈ ਲੜਨੀ ਪਈ ਸੀਗੀ। ਜਿਵੇਂ ਕਿ ਸਾਰੇ ਦਲਿਤਾਂ ਨੇ ਮੰਦਰ ਵਿੱਚ ਪ੍ਰਵੇਸ਼ ਹੋਣ ਲਈ ਸੰਘਰਸ਼ ਕੀਤਾ, ਔਰਤਾਂ ਨੇ ਸੰਘਰਸ਼ ਕੀਤਾ ਕਿ ਮਰਦਾਂ ਦੇ ਬਰਾਬਰ ਸਿੱਖਿਆ ਦਾ ਅਧਿਕਾਰ ਮਿਲੇ, ਸਾਨੂੰ ਵੀ ਮਿਲਣਾ ਚਾਹੀਦਾ। ਇਸ ਤਰ੍ਹਾਂ ਕਿਸਾਨਾਂ ਨੇ ਸੰਘਰਸ਼ ਕੀਤਾ ਕਿ ਸਾਨੂੰ ਉੱਚ ਵਿਆਜ ਦਰ ਤੋਂ ਛੁਟਕਾਰਾ ਮਿਲਣਾ ਚਾਹੀਦਾ ਹੈਗਾ। ਸੋ ਇਹ ਕੀ ਸੀਗਾ, ਸਾਰੇ ਲੋਕਾਂ ਨੇ ਸੰਘਰਸ਼ ਕੀਤਾ ਸੀਗਾ। ਕਾਹਦੇ ਲਈ ਕੀਤਾ ਸੀਗਾ? ਸਮਾਨਤਾ ਦੇ ਲਈ ਸੰਘਰਸ਼ ਕੀਤਾ ਸੀਗਾ। 1947 ਵਿੱਚ ਦੇਸ਼ ਆਜ਼ਾਦ ਹੋ ਗਿਆ ਸੀ, ਇੱਕ ਰਾਸ਼ਟਰ ਜਦੋਂ ਬਣ ਗਿਆ ਸੀ। ਸੋ ਇਹ ਸਭ ਲਈ ਚੀਜ਼ਾਂ ਨੂੰ ਦੇਖਦੇ ਹੋਏ ਡਾਕਟਰ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਵਿੱਚ ਸਭ ਲਈ ਬਰਾਬਰ ਦਾ ਦਰਜਾ ਦਿੱਤਾ ਸੀਗਾ। ਸੋ ਇਹ ਸੀਗਾ ਅੱਜ ਦਾ ਕਨਸੈਪਟ ਅਤੇ MCQs। ਸੋ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ। ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸੋ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਅਤੇ ਨੈਕਸਟ ਟੌਪਿਕ ਦੇ ਨਾਲ।